ਜਿਹੜੇ ਬਿਜਲੀ ਸਮਝੌਤਿਆਂ ਬਾਰੇ ਜਿਹੜਾ ਕਿ 2007-8 ਵਿੱਚ ਨੇਪਰੇ ਚੜੇ ਸੀ ਤੇ ਉਹਨਾਂ ਬਾਰੇ ਜਿਹੜਾ ਵਾਈਟ ਪੇਪਰ ਪੇਸ਼ ਕੀਤਾ ਗਿਆ ਵਿਧਾਨ ਸਭਾ ਵਿੱਚ, ਉਹਦੇ ਤੋਂ ਬੜਾ ਕੁਝ ਸਾਹਮਣੇ ਹੋਇਆ ਹੈ ਨਾ। ਕਿਉਂਕਿ ਸੱਤਾਧਾਰੀ ਧਿਰਾਂ ਜਾਂ ਸਾਡੀਆਂ ਪੰਜਾਬ ਵਿਚਲੀਆਂ ਜਿਹੜੀਆਂ ਸਾਰੀਆਂ ਰਾਜਸੀ ਪਾਰਟੀਆਂ ਨੇ ਤੇ ਉਹ ਬੜੇ ਦਾਅਵੇ ਕਰਦੀਆਂ ਨੇ, ਸ਼੍ਰੋਮਣੀ ਅਕਾਲੀ ਦਲ ਅਲੱਗ, ਕਾਂਗਰਸ ਅਲੱਗ। ਤੇ ਉਸ ਤੋਂ ਬਾਅਦ ਜਿਹੜਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਨਵਜੋਤ ਸਿੱਧੂ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਬੜਾ ਉਹ ਤਿੱਖਾ ਬੋਲ ਰਹੇ ਨੇ। ਤੇ ਇਸ ਵਾਈਟ ਪੇਪਰ ਬਾਰੇ ਤੇ ਇਹਨਾਂ ਸਮਝੌਤਿਆਂ ਬਾਰੇ, ਬਿਜਲੀ ਸਮਝੌਤਿਆਂ ਬਾਰੇ ਤੁਸੀਂ ਕੀ ਆਖੋਗੇ? ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵਾ ਵੀ ਇਹ ਜਦੋਂ ਸਰਕਾਰ ਦਾ ਜਿਹੜਾ ਅਖੀਰਲੇ ਕਰੀਬ 2 ਜਾਂ 3 ਮਹੀਨੇ ਰਹਿ ਗਏ ਆ, ਉਸ ਵੇਲੇ ਵਾਈਟ ਪੇਪਰ ਲਿਆਂਦਾ ਗਿਆ। ਹੁਣ ਤੇ ਇੰਜ ਲੱਗ ਰਿਹਾ ਵਾ ਕਿ ਇਹ ਸਿਰਫ ਤੇ ਸਿਰਫ ਇੱਕ ਚੁਣਾਵੀ ਮਸਲਾ ਬਣਾਉਣ ਦੀ ਕੋਸ਼ਿਸ਼ ਆ, ਔਰ ਇਹਨਾਂ ਦਾ ਇਹ ਵੀ ਪਤਾ ਨਹੀਂ ਵੀ ਇਹ ਜਿਹੜੇ ਐਗਰੀਮੈਂਟਸ ਦੇ ਉੱਤੇ ਜਿਹੜੇ ਬਿੱਲ ਲਿਆਂਦੇ ਗਏ ਆ, ਉਹ ਬਿੱਲਾਂ ਦਾ ਕੀ ਹਸ਼ਰ ਹੋਊਗਾ, ਉਹਦੇ ਤੇ ਕਿਹੜਾ ਕੋਈ ਕੋਰਟ ਦੇ ਵਿੱਚ ਜਾਊਗਾ, ਇਹਦੇ ਤੇ ਫਾਈਨਲ ਫੈਸਲਾ ਇਹਦੇ ਤੇ ਕੀ ਹੋਊਗਾ। ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਇਹ ਦੋਸ਼ ਲਾਏ ਜਾ ਰਹੇ ਨੇ ਕਿ ਉਸ ਵੇਲੇ ਅਕਾਲੀ ਸਰਕਾਰ ਸੀ ਤੇ ਫਿਰ ਨਾਲ ਦੀ ਨਾਲ ਕਾਂਗਰਸ ਸਰਕਾਰ ਆ ਗਈ, ਕਾਂਗਰਸ ਸਰਕਾਰ ਨੇ ਕੁਝ ਨਹੀਂ ਕੀਤਾ ਤੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਭੂਮਿਕਾ ਤੇ ਤੁਸੀਂ ਵੀ ਸਵਾਲ ਉਠਾਏ। ਮੈਂ ਉੱਥੇ ਪੁਆਇੰਟ ਆਊਟ ਕੀਤਾ ਵੀ ਜਿਹੜੇ ਵੀ ਕੈਬਨਿਟ ਦਾ ਫੈਸਲਾ ਹੁੰਦਾ ਵਾ, ਸਾਰੀ ਕੈਬਨਿਟ ਦੀ, ਸਾਰੀ ਮੰਤਰੀ ਮੰਡਲ ਦੀ ਇੱਕ ਕਲੈਕਟਿਵ ਇਕੱਠੀ ਰਿਸਪੌਂਸਿਬਿਲਿਟੀ ਹੁੰਦੀ ਹੈ। ਦੇयर ਇਜ਼ ਸਮਥਿੰਗ ਕਾਲਡ ਕਲੈਕਟਿਵ ਰਿਸਪੌਂਸਿਬਿਲਿਟੀ ਆਫ ਦੀ ਕੈਬਨਿਟ। ਜੋ ਵੀ ਫੈਸਲਾ ਹੁੰਦਾ ਉਹ ਸਿਰਫ ਮੁੱਖ ਮੰਤਰੀ ਦਾ ਜਾਂ ਇੱਕ ਮੰਤਰੀ ਦਾ ਫੈਸਲਾ ਨਹੀਂ ਹੁੰਦਾ, ਸਾਰੀ ਕੈਬਨਿਟ ਦਾ ਫੈਸਲਾ ਹੁੰਦਾ। ਸੋ ਤੁਸੀਂ ਵੀ ਉਹਦੇ ਸ਼ਾਮਲ ਸੀਗੇ। ਤੁਸੀਂ ਬਤੌਰ ਵਿੱਤ ਮੰਤਰੀ ਤੁਸੀਂ ਉਦੋਂ ਨੋਟਿਸ ਦਿਖਾ ਦਿਓ ਵੀ ਤੁਸੀਂ ਕੀ ਇਹਦੇ ਤੇ ਇਤਰਾਜ਼ ਕੀਤਾ ਸੀਗਾ। ਫਿਰ ਉਹਨਾਂ ਨੇ ਦੱਸਿਆ ਜੀ ਵੀ ਅਸੀਂ ਕਿਵੇਂ ਪਤਾ ਨਹੀਂ ਕਿੰਨੀ ਜ਼ਮੀਨ ਜਿਹੜੀ ਆ ਬੜੇ ਮਹਿੰਗੇ ਰੇਟਾਂ ਦੇ ਉੱਤੇ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤੀ ਗਈ। ਉਹ ਪੈਸਾ ਜਿਹੜਾ ਵਾ ਉਹ ਵਿੱਤ ਮੰਤਰੀ ਨੇ ਰਿਲੀਜ਼ ਕੀਤਾ ਹੋਊਗਾ ਉਹ ਜ਼ਮੀਨ ਲੈਣ ਵਾਸਤੇ ਔਰ ਪ੍ਰਾਈਵੇਟ ਕੰਪਨੀ ਨੂੰ ਦੇਣ ਵਾਸਤੇ। ਸੋ ਉਦੋਂ ਉਹਨਾਂ ਨੇ ਕੀ ਇਤਰਾਜ਼ ਕੀਤਾ? ਸੋ ਉਹ ਉੱਠ ਕੇ ਬੋਲੇ, ਕਹਿੰਦੇ ਜੀ ਮੈਂ ਤੇ ਸਰਕਾਰ ਤੋਂ ਰਿਜ਼ਾਈਨ ਕਰਤਾ ਸੀ। ਸਰਕਾਰ ਤੋਂ ਉਹਨਾਂ ਰਿਜ਼ਾਈਨ ਕੀਤਾ ਵਾ ਸ਼ਾਇਦ 2009-10 ਦੇ ਵਿੱਚ, ਪਰ ਉਹ ਉਹਨਾਂ ਨੇ ਰਿਜ਼ਾਈਨ ਕੀਤਾ ਸੀਗਾ ਕਿ ਸਰਕਾਰ ਬਹੁਤ ਜ਼ਿਆਦਾ ਸਬਸਿਡੀਆਂ ਕਿਸਾਨਾਂ ਨੂੰ ਔਰ ਬਾਕੀ ਦੇ ਰਹੀ ਹੈ ਸਬਸਿਡੀਆਂ, ਔਰ ਸਬਸਿਡੀਆਂ ਦੇ ਕੇ ਅਸੀਂ ਸਰਕਾਰ ਨਹੀਂ ਚਲਾ ਸਕਦੇ। ਉਹਦੇ ਤੇ ਇਤਰਾਜ਼ ਕੀਤਾ ਸੀਗਾ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਸੀਗਾ ਵੀ ਉਦੋਂ ਵੀ ਸਬਸਿਡੀਜ਼ ਦਿੱਤੀਆਂ ਜਾਂਦੀਆਂ ਸੀ, ਤੁਸੀਂ ਇਤਰਾਜ਼ ਕੀਤਾ, ਤੇ ਉਹੀ ਸਬਸਿਡੀਜ਼, ਸਿਰਫ ਉਹੀ ਸਬਸਿਡੀਜ਼ ਅੱਜ ਵੀ ਨਹੀਂ ਦਿੱਤੀਆਂ ਜਾਂਦੀਆਂ। ਅੱਜ ਕਿਤੇ ਜ਼ਿਆਦਾ, ਜੇ ਉਦੋਂ 5-6 ਹਜ਼ਾਰ ਦੀਆਂ ਸਬਸਿਡੀਜ਼ ਦਿੰਦੇ ਸੀ ਤੇ ਹੁਣ ਤੇ 12-14 ਹਜ਼ਾਰ ਦੀਆਂ ਸਬਸਿਡੀਜ਼ ਸਰਕਾਰ ਦੇ ਰਹੀ ਹੈ। ਔਰ ਹੁਣ ਕਿਉਂ ਨਹੀਂ ਇਤਰਾਜ਼ ਕਰਦੇ ਤੁਸੀਂ? ਬੇਸ਼ੱਕ ਤੁਸੀਂ ਵਿਰੋਧੀ ਧਿਰ ਵੱਲੋਂ ਤੁਸੀਂ ਸੱਤਾ ਵਿੱਚ ਨਹੀਂ ਹੈਗੇ। ਕੰਵਰ ਸੰਧੂ ਜੋ ਬਹੁਤ ਸੀਨੀਅਰ ਪੱਤਰਕਾਰ ਰਹੇ ਨੇ, ਪੜ੍ਹੇ ਲਿਖੇ ਨੇ, ਮੈਂ ਫਿਰ ਕਹਿ ਰਹੀ ਹਾਂ, ਤੇ ਉਹਨਾਂ ਦਾ ਵਿਜ਼ਨ ਕੀ ਹੈ ਪੰਜਾਬ ਲਈ? ਜਿਸ ਤਰ੍ਹਾਂ ਨਵਜੋਤ ਸਿੱਧੂ ਵਾਰ-ਵਾਰ ਗੱਲ ਕਰ ਰਹੇ ਨੇ ਪੰਜਾਬ ਮਾਡਲ ਦੀ, ਕੰਵਰ ਸੰਧੂ ਹੋਰਾਂ ਦਾ ਕੀ ਹੈ ਪੰਜਾਬ ਲਈ ਮਾਡਲ? ਕਿ ਕਰਜ਼ਾ ਵੀ ਹੌਲੀ-ਹੌਲੀ ਲੈ ਜਾਵੇ, ਇੱਕਦਮ ਤਾਂ ਉਤਰਨਾ ਨਹੀਂ, ਤੇ ਪੰਜਾਬ ਬਚ ਵੀ ਜਾਵੇ। ਦੋ ਗੱਲਾਂ ਜਿਹੜੀਆਂ ਬੜੀਆਂ ਇੰਪੋਰਟੈਂਟ ਹੈ, ਜਿਹਦੇ ਬਾਰੇ ਮਨਪ੍ਰੀਤ ਬਾਦਲ ਨੇ ਵੀ ਜ਼ਿਕਰ ਕੀਤਾ। ਇੱਕ ਤੇ ਇਹ ਵਾ ਕਿ ਜਿਹੜੀ ਪੰਜਾਬ ਦੀ ਐਡੀਸ਼ਨਲ ਡਿਮਾਂਡ ਸੀ ਉਹਨੂੰ ਵਧਾ ਚੜ੍ਹਾ ਕੇ ਦੱਸਿਆ ਗਿਆ, ਜਿਹਦੇ ਕਰਕੇ ਅਸੀਂ ਇੰਨੀ ਪਾਵਰ ਪ੍ਰਾਈਵੇਟ ਐਗਰੀਮੈਂਟਸ ਕਰਕੇ ਅਸੀਂ ਪ੍ਰਾਈਵੇਟ ਪਾਵਰ ਪਲਾਂਟਸ ਤੋਂ ਲੈਣ ਦਾ ਫੈਸਲਾ ਕੀਤਾ। ਡਿਮਾਂਡ ਐਕਚੁਅਲੀ ਹੋਣੀ ਚਾਹੀਦੀ ਸੀ 1800 ਜਾਂ 2000 ਮੈਗਾਵਾਟ ਦੀ, ਔਰ ਉਹਨੂੰ ਦਿਖਾਇਆ ਗਿਆ ਵੀ 4-5000 ਮੈਗਾਵਾਟ ਦੀ ਸਾਨੂੰ ਲੋੜ ਹੈ, ਦੁੱਗਣੇ ਤੋਂ ਜ਼ਿਆਦਾ। ਇਹ ਕੌਣ ਅਫਸਰ ਸੀਗੇ ਜਿਨ੍ਹਾਂ ਨੇ ਇਹ ਫੈਸਲਾ ਕੀਤਾ? ਦੂਸਰੀ ਗੱਲ ਜਿਹੜੀ ਬਿਲਕੁਲ ਬਲੇਟੈਂਟ ਆ, ਸਾਹਮਣੇ ਨਜ਼ਰ ਆਉਂਦੀ ਆ, ਉਹ ਹੈ ਕਿ ਜਿਹੜਾ ਕੋਲਾ ਖਰੀਦਣਾ ਸੀਗਾ ਤੁਸੀਂ ਆਪਣੀ ਕੈਪਟਿਵ ਪਾਵਰ, ਜਿਹੜੀ ਕੋਲ ਮਾਈਨ ਹੈ ਪਛਵਾੜਾ, ਪੰਜਾਬ ਦੀ ਕੈਪਟਿਵ ਕੋਲ ਮਾਈਨ ਹੈ ਝਾਰਖੰਡ ਦੇ ਵਿੱਚ, ਇੱਥੋਂ 1700-1800 ਕਿਲੋਮੀਟਰ ਦੂਰ ਹੈ। ਬੜਾ ਵਧੀਆ ਕੋਲਾ ਉਹਨਾਂ ਦਾ। ਫੈਸਲਾ ਹੋ ਗਿਆ, ਬੋਰਡ ਆਫ ਗਵਰਨਰਸ ਜਿਹੜੀ PSPCL ਦੀ, ਉਹਨਾਂ ਨੇ ਅਪਰੂਵ ਕਰਤਾ, ਕੈਬਨਿਟ ਨੇ ਅਪਰੂਵ ਕਰਤਾ, ਔਰ ਫਿਰ ਇੱਕ ਨੋਟਿੰਗ ਆ 2 ਅਫਸਰਾਂ ਦੇ ਵਿੱਚ, ਇੱਕ ਪੰਜਾਬ ਦਾ ਪਾਵਰ ਸੈਕਟਰੀ ਔਰ ਇੱਕ ਹੋਰ ਸੱਜਣ ਉਦੋਂ ਦੇ ਪਾਵਰ ਸੈਕਟਰੀ। ਉਹਨਾਂ ਦੀ ਨੋਟਿੰਗ ਆ ਕਿ ਪਾਵਰ ਜਿਹੜੀ ਆ ਇਹ ਮਹਾਨਦੀ ਕੋਲ ਫੀਲਡਸ ਤੋਂ ਖਰੀਦੀ ਜਾਵੇ, ਜਿਹੜੀ ਉੜੀਸਾ ਦੇ ਵਿੱਚ ਆ, 600 ਕਿਲੋਮੀਟਰ ਦੂਰ, 600-700 ਕਿਲੋਮੀਟਰ ਦੂਰ, ਔਰ ਉਹ ਬੜੀ ਪੂਅਰ ਕੁਆਲਿਟੀ ਦਾ ਕੋਲ ਹੈ। ਦੂਰੋਂ ਕੋਲ ਖਰੀਦਿਆ, ਮਾੜੀ ਕੁਆਲਿਟੀ ਦਾ ਕੋਲ ਖਰੀਦਿਆ, ਔਰ ਇਹ ਕੈਬਨਿਟ ਦੇ ਫੈਸਲੇ ਦੇ ਉਲਟ ਖਰੀਦਿਆ। ਇਹ ਕਿਹੜੇ ਲੋਕ ਸੀਗੇ? ਪਰ ਜੇ ਸਿਰਫ ਅਫਸਰਾਂ ਨੇ ਇਹ ਸਭ ਕੁਝ ਕੀਤਾ ਤੇ ਇਹ ਫਿਰ ਸਾਰੇ ਕੈਬਨਿਟ ਮੰਤਰੀ ਜਿਹੜੇ ਵੀ ਸੀਗੇ ਉਦੋਂ, ਇਹ ਉਹਨਾਂ ਦੀ ਨਲਾਇਕੀ ਆ। ਆਹੀ ਕਹਿਣਾ ਚਾਹੁੰਦੀ ਹਾਂ, ਤੁਹਾਨੂੰ ਇਹਨਾਂ ਨਹੀਂ ਪਤਾ ਲੱਗਾ ਵੀ ਤੁਹਾਡੇ ਤੋਂ ਅਫਸਰ ਕੀ ਗਲਤੀ ਕਰਾ ਰਹੇ ਆ। ਹੁਣ ਤੋਂ ਥੋੜੀ ਦੇਰ ਪਹਿਲਾਂ ਤੱਕ ਸਾਰਾ ਕੁਝ ਸਰਕਾਰੀ ਹੀ ਸੀ, ਕਿਵੇਂ ਸਾਰਾ ਕੁਝ ਡੁੱਬ ਗਿਆ। ਸਰਕਾਰੀ ਟਰਾਂਸਪੋਰਟ ਡੁੱਬ ਗਈ, ਆਵਾਜਾਈ ਹੈ ਨਾ, ਪਿੰਡਾਂ ਨੂੰ ਬੱਸਾਂ ਨਹੀਂ ਹੈਗੀਆਂ। ਜਿਹੜਾ ਹੈਗਾ ਏਅਰਪੋਰਟ ਤੱਕ ਬੱਸਾਂ ਕਿਹਦੀਆਂ ਦਿੱਲੀ ਤੱਕ ਚੱਲਦੀਆਂ ਨੇ, ਇਹ ਤੁਸੀਂ ਦੇਖ ਹੀ ਰਹੇ ਹੋ ਕਿ ਪ੍ਰਾਈਵੇਟ ਬੱਸਾਂ ਦੀਆਂ ਫਲੀਟਸ ਮੰਤਰੀਆਂ ਦੀਆਂ ਕਿੱਡੀਆਂ ਹੋ ਗਈਆਂ, ਸੱਤਾਧਾਰੀਆਂ ਦੀਆਂ, ਤੇ ਆਮ ਲੋਕ ਕਿੱਥੇ ਰਹਿ ਗਏ? ਦਵਿੰਦਰ, ਜੋ ਪਹਿਲੋਂ ਸਿਸਟਮ ਸੀਗਾ ਨਾ ਉਹ ਸਹੀ ਸੀ, ਤੇ ਜੋ ਹੁਣ ਸਿਸਟਮ ਹੈ ਨਾ ਇਹ ਸਹੀ ਹੈ।
ਲੋੜ ਤੇ ਇਹ ਸੀਗੀ ਵੀ ਸਿਰਫ ਉਹ ਲੋਕਲ ਬੱਸਾਂ ਹੀ ਨਾ ਹੋਣ। ਹੁਣ ਤੱਕ ਸਾਨੂੰ ਮੈਟਰੋ ਰੇਲ ਲੈ ਆਉਣੀ ਚਾਹੀਦੀ ਸੀ ਇਹਨਾਂ ਸ਼ਹਿਰਾਂ ਵਾਸਤੇ, ਜਿਵੇਂ ਸ਼ਹਿਰਾਂ ਨੇ ਗਰੋ ਕੀਤਾ ਵਾ। ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਨਾ ਤੇ ਅਸੀਂ ਬੱਸ ਸਿਸਟਮ ਹੀ ਪ੍ਰੋਪਰ ਸਰਕਾਰੀ ਚਲਾ ਸਕੇ, ਨਾ ਅਸੀਂ ਮੈਟਰੋ ਰੇਲ ਹੀ ਲਿਆ ਸਕੇ, ਔਰ ਇਹ ਖਿਚੜੀ ਜਿਹੀ ਪਕਾਤੀ ਅਸੀਂ। ਔਰ ਇਹ ਖਿਚੜੀ ਦੇ ਵਿੱਚ ਜਿਹੜੇ ਲੋਕੀ ਫਾਇਦਾ ਲੈ ਰਹੇ ਨੇ ਉਹ ਪ੍ਰਾਈਵੇਟ ਟਰਾਂਸਪੋਰਟਰਸ। ਤੁਹਾਡਾ ਵੀ ਜ਼ਿਕਰ ਹੋਇਆ ਕਿ ਤੁਸੀਂ ਇਹ ਸਵਾਲ ਉਠਾਏ ਇਸ ਤਰ੍ਹਾਂ ਕਿ ਮਨਪ੍ਰੀਤ ਬਾਦਲ ਖੁਦ ਸ਼ਾਮਲ ਸੀ ਜਾਂ ਉਹਨਾਂ ਨੇ ਕਿਤੇ ਵਿਰੋਧ ਕੀਤਾ ਹੋਵੇ, ਕਿਹੜੇ ਪੜਾਅ ਤੇ ਉਹ ਦੱਸਣ। ਜਿਸ ਤਰ੍ਹਾਂ ਗੱਲ ਚੱਲੀ ਹੈ ਤਾਂ ਉਹਨਾਂ ਵਿੱਚੋਂ ਹੀ ਲੋਕਾਂ ਦਾ ਇਹ ਰਾਏ ਵੀ ਆਈ ਹੈ ਕਿ ਕੰਵਰ ਸੰਧੂ ਹੋਰਾਂ ਨੇ ਉਹੀ ਫਿਰ ਰਿਪੀਟ ਹੁੰਦੀ ਹੈ ਗੱਲ ਕਿ ਜਿਹੜੇ ਇੰਨੇ ਪੜ੍ਹੇ ਲਿਖੇ ਤੇ ਪੱਤਰਕਾਰ ਰਹੇ ਨੇ, ਜਾਣਦੇ ਨੇ ਬੜਾ ਕੁਝ, ਉਹਨਾਂ ਨੇ ਕੀ ਦੇਤਾ ਲੋਕਾਂ ਨੂੰ। ਔਰ ਲੋਕੀ ਸੋਚਦੇ ਆ ਵੀ ਪਤਾ ਨਹੀਂ ਐਮਐਲਏ ਕੋਲ ਕਿੰਨਾ ਕੁ ਫੰਡ ਆ, ਔਰ ਤੁਸੀਂ ਹੈਰਾਨ ਹੋਗੇ ਪੰਜਾਬ ਦੇ ਐਮਐਲਏ ਕੋਲ ਇੱਕ ਪੈਸੇ ਦਾ ਫੰਡ ਨਹੀਂ। ਮੈਂ ਫਿਰ ਦੇਣਾ ਚਾਹੁੰਦਾ ਵਾਂ, ਕਿਉਂਕਿ ਲੋਕੀ ਮੈਨੂੰ ਕਹਿੰਦੇ ਜੀ ਆਪਣੇ ਫੰਡ ਤੁਸੀਂ ਕਿਵੇਂ ਵਰਤਿਆ। ਪੰਜਾਬ ਦੇ ਐਮਐਲਏ ਕੋਲ ਇੱਕ ਪੈਸੇ ਦਾ ਫੰਡ ਨਹੀਂਗਾ। ਸਾਡੇ ਕੋਲ ਇਹ ਵੀ ਕੋਈ ਇਖਤਿਆਰ ਨਹੀਂ ਵੀ ਅਸੀਂ ਕਿਸੇ ਦਾ ਕੋਈ ਰਾਸ਼ਨ ਕਾਰਡ ਅਸੀਂ ਸਾਈਨ ਕਰਦੇ ਰਹਿੰਦੇ ਆ, ਪਰ ਕਿਸੇ ਦੇ ਨਹੀਂ ਬਣਦੇ। ਸੋ ਵਿਰੋਧੀ ਧਿਰ ਦੇ ਐਮਐਲਏ ਕੋਲ ਇਸ ਵੇਲੇ ਜ਼ੀਰੋ ਪਾਵਰ ਆ। ਇੱਕ ਮਿਊਨਿਸਪੈਲਿਟੀ ਦਾ ਜਿਹੜਾ ਕਾਉਂਸਲਰ ਆ, ਉਹ ਆਪਣੇ ਕਾਉਂਸਲ ਦੇ ਕੰਮ ਤੇ ਕਰਾ ਸਕਦਾ ਵਾ, ਅਸੀਂ ਦੋ ਵੀ ਨਹੀਂ ਕਰਾ ਸਕਦੇ। ਸਤਿ ਸ਼੍ਰੀ ਅਕਾਲ ਜੀ, ਟੀਵੀ ਪੰਜਾਬ ਲਈ ਮੈਂ ਦਵਿੰਦਰ ਕੌਰ। ਪੰਜਾਬ ਦੇ ਬਹੁਤ ਸਾਰੇ ਮਸਲੇ ਨੇ ਤੇ ਪੰਜਾਬ ਦੀ ਸਰਕਾਰ ਵਿੱਚ ਬਹੁਤ ਕੁਝ ਪਿਛਲੇ ਕੁਝ ਸਮੇਂ ਤੋਂ ਫੇਰ ਬਦਲ ਹੋਇਆ। ਲਗਾਤਾਰ ਹਿਲਜੁਲ ਚੱਲ ਰਹੀ ਹੈ। ਵਿਧਾਨ ਸਭਾ ਦਾ ਸੈਸ਼ਨ ਹੋਇਆ ਤੇ ਇਸੇ ਦੌਰਾਨ ਬਿਜਲੀ ਸਮਝੌਤਿਆਂ ਸੰਬੰਧੀ ਇੱਕ ਵਾਈਟ ਪੇਪਰ ਵਿਧਾਨ ਸਭਾ ਵਿੱਚ ਲਿਆਂਦਾ ਗਿਆ, ਜਿਹਦੇ ਵਿੱਚੋਂ ਬਹੁਤ ਸਾਰੇ ਭੇਤ ਜ਼ਾਹਰ ਹੋਏ। ਕਿਹਦਾ ਕੀ ਰੋਲ ਸੀ ਪ੍ਰਾਈਵੇਟਾਈਜੇਸ਼ਨ ਲਈ, ਜਾਂ ਕਿਹਨਾਂ ਪ੍ਰਾਈਵੇਟ ਕੰਪਨੀਆਂ ਨੂੰ ਕਿੰਨਾ ਪੈਸਾ ਚਲਾ ਗਿਆ, ਏਕੜਾਂ ਦੇ ਏਕੜ ਜ਼ਮੀਨਾਂ ਚਲੀਆਂ ਗਈਆਂ। ਤੇ ਉਸ ਵਾਈਟ ਪੇਪਰ ਦੇ ਦੌਰਾਨ ਹੀ ਜਿਹੜੀ ਉਹਦੇ ਤੇ ਗੱਲਬਾਤ ਵਿਧਾਨ ਸਭਾ 'ਚ ਹੋਈ ਜਾਂ ਬਹਿਸ ਹੋਈ, ਤਾਂ ਉਹਦੇ ਵਿੱਚ ਕੰਵਰ ਸੰਧੂ ਹੋਰਾਂ ਨੇ ਜੋ ਐਮਐਲਏ ਨੇ ਆਪ ਵੱਲੋਂ, ਤੇ ਉਹਨਾਂ ਨੇ ਸਵਾਲ ਉਠਾਏ ਸੀ ਮਨਪ੍ਰੀਤ ਸਿੰਘ ਬਾਦਲ ਹੋਰੀ ਜੋ ਸਾਡੇ ਵਿੱਤ ਮੰਤਰੀ ਨੇ, ਕਿ ਕੀ ਉਹ ਉਹਨਾਂ ਸਮਝੌਤਿਆਂ ਵੇਲੇ ਜਾਂ ਸਮਝੌਤੇ ਹੋਣ ਵੇਲੇ ਕਮੇਟੀਆਂ ਵਿੱਚ ਸ਼ਾਮਲ ਸਨ ਸੰਬੰਧਤ ਵਿੱਚ। ਤੇ ਉਹਦਾ ਮਨਪ੍ਰੀਤ ਬਾਦਲ ਹੋਰਾਂ ਨੇ ਜਵਾਬ ਨਹੀਂ ਦਿੱਤਾ। ਅਕਸਰ ਮਨਪ੍ਰੀਤ ਸਿੰਘ ਬਾਦਲ ਸਾਡੇ ਮਾਨਯੋਗ ਵਿੱਤ ਮੰਤਰੀ ਖਜ਼ਾਨਾ ਖਾਲੀ ਹੋਣ ਦੀ ਗੱਲ ਕਰਦੇ ਰਹਿੰਦੇ ਨੇ, ਤੇ ਆਮ ਲੋਕਾਂ ਦੇ ਮਨ 'ਚ ਸਵਾਲ ਜਾਂਦੇ ਨੇ ਕਿ ਫਿਰ ਐਮਐਲਏਸ ਦੇ ਪੱਤੇ ਜਾਂ ਗੱਡੀਆਂ ਨਵੀਆਂ, ਹੋਰ ਸਰਕਾਰਾਂ ਦੇ ਕਿੰਨੇ ਸਾਰੇ ਕੰਮ ਹੁੰਦੇ ਰਹਿੰਦੇ ਨੇ, ਬੜਾ ਕੁਝ ਹੁੰਦਾ ਜਿਨ੍ਹਾਂ ਤੇ ਲੱਖਾਂ ਰੁਪਈਏ ਖਰਚ ਹੁੰਦੇ ਨੇ, ਕਰੋੜਾਂ ਤੱਕ ਖਰਚਾ ਪਹੁੰਚ ਜਾਂਦਾ, ਤੇ ਉਹ ਸਾਰਾ ਕੁਝ ਕਿਵੇਂ ਹੁੰਦਾ। ਸੋ ਆਪਾਂ ਕੰਵਰ ਸੰਧੂ ਹੋਰਾਂ ਨਾਲ ਹੀ ਬਿਜਲੀ ਸਮਝੌਤਿਆਂ ਬਾਰੇ ਜਿਹੜਾ ਵਾਈਟ ਪੇਪਰ ਆਇਆ ਸੀ, ਇਸ ਦੇ ਪੱਜ ਹੋਰ ਬੜਾ ਕੁਝ ਜਾਣਦੇ ਹਾਂ, ਕਿਉਂਕਿ ਉਹ ਵਿਰੋਧੀ ਧਿਰ ਵਿੱਚ ਨੇ ਸ਼ਾਮਲ, ਤੇ ਆਪ ਵੱਲੋਂ ਵੀ ਹਾਲੇ ਉਹਨਾਂ ਨੂੰ ਉਸ ਤਰ੍ਹਾਂ ਸਪੇਸ ਨਹੀਂ ਦਿੱਤੀ ਗਈ ਜਿਸ ਤਰ੍ਹਾਂ ਦੇਣੀ ਬਣਦੀ ਸੀ। ਬਹੁਤ ਪੜ੍ਹੇ ਲਿਖੇ ਨੇ ਤੇ ਬਹੁਤ ਸੀਨੀਅਰ ਪੱਤਰਕਾਰ ਰਹੇ ਨੇ ਸਾਰੇ ਮੀਡੀਆ ਵਿੱਚ, ਪ੍ਰਿੰਟ ਮੀਡੀਆ ਵਿੱਚ, ਇਲੈਕਟ੍ਰੋਨਿਕ ਮੀਡੀਆ ਵਿੱਚ। ਆਪਾਂ ਕੰਵਰ ਸੰਧੂ ਹੋਰਾਂ ਨਾਲ ਗੱਲ ਕਰਦੇ ਹਾਂ। ਕੰਵਰ ਸੰਧੂ ਜੀ, ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦਵਿੰਦਰ, ਸਤਿ ਸ਼੍ਰੀ ਅਕਾਲ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਵੀ ਹੈਵ ਬੀਨ ਕੋਲੀਗਸ ਇਨ ਦੀ ਨਿਊਜ਼ਪੇਪਰ ਟੁਗੇਦਰ। ਥੈਂਕ ਯੂ ਜੀ। ਸੰਧੂ ਸਾਹਿਬ, ਜਿਹੜੇ ਬਿਜਲੀ ਸਮਝੌਤਿਆਂ ਬਾਰੇ ਜਿਹੜਾ ਕਿ 2007-08 ਵਿੱਚ ਨੇਪਰੇ ਚੜ੍ਹੇ ਸੀ, ਤੇ ਉਹਨਾਂ ਬਾਰੇ ਜਿਹੜਾ ਵਾਈਟ ਪੇਪਰ ਪੇਸ਼ ਕੀਤਾ ਗਿਆ ਵਿਧਾਨ ਸਭਾ ਵਿੱਚ, ਉਹਦੇ ਤੋਂ ਬੜਾ ਕੁਝ ਸਾਹਮਣੇ ਹੋਇਆ ਹੈ ਨਾ, ਕਿਉਂਕਿ ਸੱਤਾਧਾਰੀ ਧਿਰਾਂ ਜਾਂ ਸਾਡੀਆਂ ਪੰਜਾਬ ਵਿਚਲੀਆਂ ਜਿਹੜੀਆਂ ਸਾਰੀਆਂ ਰਾਜਸੀ ਪਾਰਟੀਆਂ ਨੇ, ਤੇ ਉਹ ਬੜੇ ਦਾਅਵੇ ਕਰਦੀਆਂ ਨੇ, ਸ਼੍ਰੋਮਣੀ ਅਕਾਲੀ ਦਲ ਅਲੱਗ, ਕਾਂਗਰਸ ਅਲੱਗ। ਤੇ ਉਸ ਤੋਂ ਬਾਅਦ ਜਿਹੜਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਨਵਜੋਤ ਸਿੱਧੂ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਬੜਾ ਉਹ ਤਿੱਖਾ ਬੋਲ ਰਹੇ ਨੇ। ਤੇ ਇਸ ਵਾਈਟ ਪੇਪਰ ਬਾਰੇ ਤੇ ਇਹਨਾਂ ਸਮਝੌਤਿਆਂ ਬਾਰੇ, ਬਿਜਲੀ ਸਮਝੌਤਿਆਂ ਬਾਰੇ ਤੁਸੀਂ ਕੀ ਆਖੋਗੇ? ਦਵਿੰਦਰ, ਜਿਹੜੇ ਵਾਈਟ ਪੇਪਰ ਹੁਣ ਆਇਆ ਵਾ, ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵਾ ਵੀ ਇਹ ਜਦੋਂ ਸਰਕਾਰ ਦਾ ਜਿਹੜਾ ਅਖੀਰਲੇ ਕਰੀਬ 2 ਜਾਂ 3 ਮਹੀਨੇ ਰਹਿ ਗਏ ਆ, ਉਸ ਵੇਲੇ ਇਹ ਵਾਈਟ ਪੇਪਰ ਲਿਆਂਦਾ ਗਿਆ ਵਾ। ਪਹਿਲਾ ਸਵਾਲ ਤਾਂ ਇਹ ਉੱਠਦਾ ਵਾ ਕਿ ਪਿਛਲੀ ਜਿਹੜੀ ਇਲੈਕਸ਼ਨ ਕੈਂਪੇਨ ਸੀਗੀ 2016-17 ਦੀ, ਉਦੋਂ ਵੀ ਇਹਨਾਂ ਬਿਜਲੀ ਸਮਝੌਤਿਆਂ ਦੀ ਗੱਲ ਹੁੰਦੀ ਰਹੀ। ਇਹ ਪਿਛਲੇ 4 ਜਾਂ 5 ਸਾਲਾਂ ਦੇ ਵਿੱਚ ਇਹ ਵਾਈਟ ਪੇਪਰ ਕਿਉਂ ਨਹੀਂ ਲਿਆਂਦਾ ਗਿਆ? ਮੈਂ ਤੇ ਦਵਿੰਦਰ ਉਸ ਤੋਂ ਵੀ ਪਿੱਛੇ ਜਾਣਾ ਚਾਹੁੰਦਾ ਵਾਂ। ਇਹ ਸਮਝੌਤੇ ਅੱਜ ਤੋਂ ਕਈ ਸਾਲ ਪਹਿਲਾਂ ਦੇ ਹੋਏ ਆ। ਮੈਂ ਇਹ ਵੀ ਮੈਂ ਪ੍ਰੈਸ ਦੇ ਉੱਤੇ ਵੀ ਸਵਾਲ ਕਰਨਾ ਚਾਹੁੰਦਾ ਵਾਂ ਕਿ ਪ੍ਰੈਸ ਨੇ ਵੀ ਇਹ ਮਸਲਾ ਜਿਹੜਾ ਵਾ ਉਦੋਂ ਦਾ ਕਿਉਂ ਨਹੀਂ ਹੁਣ ਤੱਕ ਇਹ ਚੁੱਕਿਆ? ਕਿਉਂਕਿ ਜੇ ਤੁਸੀਂ ਉਹ ਜਿਹੜੇ ਬਿਜਲੀ ਦੇ ਸਮਝੌਤੇ ਆ ਉਹਨਾਂ ਤੇ ਜੇ ਨਿਗਾਹ ਮਾਰੋ। ਸੰਧੂ ਸਾਹਿਬ, ਮਾਫ ਕਰਨਾ, ਤੁਸੀਂ ਵੀ ਉਦੋਂ ਮੇਨ ਸਟ੍ਰੀਮ ਮੀਡੀਆ 'ਚ। ਬਿਲਕੁਲ, ਸਾਡੇ ਸਾਰਿਆਂ ਦੀ ਫੇਲਿਅਰ ਹੈ ਜੀ ਇਹ। ਜਦੋਂ ਇਹ ਸਾਡੇ ਸਾਰੇ ਮੀਡੀਆ ਦੀ ਫੇਲਿਅਰ ਆ, ਔਰ ਇਹ ਉਦੋਂ ਤੋਂ ਬਾਅਦ 2007, 8, 9, 10, 11, 12, 15, 17 ਇਹ ਕਿਸੇ ਨੇ ਹੁਣ ਤੱਕ ਇਹ ਮਸਲਾ ਸਹੀ ਤਰੀਕੇ ਦੇ ਨਾਲ ਨਹੀਂ ਚੁੱਕਿਆ। ਇਹ ਬਿਜਲੀ ਸਮਝੌਤੇ ਜਿਸ ਵੇਲੇ ਹੋਏ ਤੇ ਉਹਨਾਂ ਦੇ ਵਿੱਚ
ਕਈ ਕਲੌਜ਼ਸ ਸੀ। ਪਹਿਲਾਂ ਤੇ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਕਈ ਸਾਲਾਂ ਤੋਂ ਕੀ ਸਾਨੂੰ ਥਰਮਲ ਪਾਵਰ ਦੇ ਉੱਤੇ ਇੰਨਾ ਧਿਆਨ ਦੇਣਾ ਚਾਹੀਦਾ ਵਾ। ਆ ਤੁਸੀਂ ਹੁਣੇ ਹੀ ਵੇਖਿਆ ਵਾ, ਇੱਕ ਕਾਨਫਰੰਸ ਹੋ ਕੇ ਹਟੀ ਆ, ਅੰਤਰਰਾਸ਼ਟਰੀ ਕਾਨਫਰੰਸ ਹੋ ਕੇ ਹਟੀ ਆ, ਜਿੱਥੇ ਸਾਰੇ ਮੁਲਕਾਂ ਨੇ ਕਿਹਾ ਕਿ ਹੌਲੀ ਹੌਲੀ ਜਿਹੜੀ ਕੋਲ ਬੇਸਡ ਜਿਹੜੇ ਬਿਜਲੀ ਪ੍ਰੋਡਕਸ਼ਨ ਹੈ ਜਿਹੜੀ, ਉਹਨੂੰ ਸਾਨੂੰ ਹੌਲੀ ਹੌਲੀ ਫੇਜ਼ ਆਊਟ ਕਰਨਾ ਚਾਹੀਦਾ ਵਾ। ਸੋ ਇਹ ਮਸਲਾ ਕਰੀਬ ਪਿਛਲੇ 10-15 ਸਾਲਾਂ ਤੋਂ ਚੱਲ ਰਿਹਾ, ਔਰ ਅਸੀਂ ਹਾਲੀ ਵੀ ਥਰਮਲ ਪਲਾਂਟਾਂ, ਨਵੇਂ ਥਰਮਲ ਪਲਾਂਟ ਲਾਏ, ਥਰਮਲ ਪਲਾਂਟਸ ਦੇ ਉੱਤੇ ਇੰਨਾ ਜ਼ਿਆਦਾ ਜ਼ੋਰ ਦੇ ਰਹੇ ਹਾਂ। ਸੋ ਇਹ ਸਾਰੀਆਂ ਗੱਲਾਂ ਸ਼ਾਇਦ ਇਹ ਪਿਛਲੇ ਕਈ ਸਾਲਾਂ ਤੋਂ ਵਿਚਾਰਨੀਆਂ ਚਾਹੀਦੀਆਂ ਸੀ। ਚਲੋ ਪਿੱਛੇ ਨੂੰ ਛੱਡ ਦਿਓ, ਪਰ ਇਹ ਮੈਂ ਫਿਰ ਉਸੇ ਗੱਲ ਤੇ ਆਉਣਾ ਵਾਂ ਵੀ ਇਹ ਵਾਈਟ ਪੇਪਰ ਜਿਹੜਾ ਵਾ ਅੱਜ ਤੋਂ 4 ਸਾਲ ਪਹਿਲਾਂ ਜਾਂ 3 ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਕਿਉਂ ਨਹੀਂ ਲਿਆਂਦਾ ਗਿਆ। ਹੁਣ ਅਖੀਰਲੇ 3 ਮਹੀਨੇ 'ਚ ਇਹ ਲਿਆ ਕੇ ਕੀ ਹਾਸਲ ਹੋਊਗਾ? ਹੁਣ ਤੇ ਇੰਝ ਲੱਗ ਰਿਹਾ ਵਾ ਕਿ ਇਹ ਸਿਰਫ ਤੇ ਸਿਰਫ ਇੱਕ ਚੁਣਾਵੀ ਮਸਲਾ ਬਣਾਉਣ ਦੀ ਕੋਸ਼ਿਸ਼ ਆ, ਔਰ ਇਹਨਾਂ ਦਾ ਇਹ ਵੀ ਪਤਾ ਨਹੀਂ ਵੀ ਇਹ ਜਿਹੜੇ ਐਗਰੀਮੈਂਟਸ ਦੇ ਉੱਤੇ ਜਿਹੜੇ ਬਿੱਲ ਲਿਆਂਦੇ ਗਏ ਆ, ਉਹ ਬਿੱਲਾਂ ਦਾ ਕੀ ਹਸ਼ਰ ਹੋਊਗਾ, ਉਹਦੇ ਤੇ ਕਿਹੜਾ ਕਿਹੜਾ ਕੋਈ ਕੋਰਟ ਦੇ ਵਿੱਚ ਜਾਊਗਾ, ਇਹਦੇ ਤੇ ਫਾਈਨਲ ਫੈਸਲਾ ਇਹਦੇ ਤੇ ਕੀ ਹੋਊਗਾ। ਪਰ ਖੈਰ ਜਿਵੇਂ ਆਂਦੇ ਆ ਵੀ ਦੇਰ ਆਏ ਦੁਰਸਤ, ਹੁਣ ਵੀ ਐਟਲੀਸਟ ਕੁਝ ਤੇ ਕਾਰਵਾਈ ਇਹਦੇ ਤੇ ਹੋਈ ਹੈ। ਤੇ ਜਿਹੜੇ ਇਹ ਸਮਝੌਤੇ ਹੋਏ ਨੇ, ਤੁਸੀਂ ਆਖਿਆ ਕਿ ਲਗਭਗ ਡੇਢ ਦਹਾਕਾ ਲੰਘ ਚੁੱਕਿਆ ਕਿ ਮੀਡੀਆ ਨੇ ਵੀ ਆਵਾਜ਼ ਨਹੀਂ ਉਠਾਈ, ਤੇ ਹੁਣ ਜਦੋਂ ਇਹ ਸਾਹਮਣੇ ਆ ਰਿਹਾ ਹੈ ਤਾਂ ਜਿਸ ਤਰ੍ਹਾਂ ਕਾਂਗਰਸ ਵੱਲੋਂ ਜਾਂ ਨਵਜੋਤ ਸਿੱਧੂ ਹੋਰਾਂ ਵੱਲੋਂ, ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਇਹ ਦੋਸ਼ ਲਾਏ ਜਾ ਰਹੇ ਨੇ ਕਿ ਉਸ ਵੇਲੇ ਅਕਾਲੀ ਸਰਕਾਰ ਸੀ ਤੇ ਫਿਰ ਨਾਲ ਦੀ ਨਾਲ ਕਾਂਗਰਸ ਸਰਕਾਰ ਆ ਗਈ, ਕਾਂਗਰਸ ਸਰਕਾਰ ਨੇ ਕੁਛ ਨਹੀਂ ਕੀਤਾ, ਤੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਭੂਮਿਕਾ ਤੇ ਤੁਸੀਂ ਵੀ ਸਵਾਲ ਉਠਾਏ, ਤੇ ਇਸ ਤਰ੍ਹਾਂ ਕੀ ਇਦਾਂ ਫਿਰ ਇਹ ਦੋਸ਼ ਆਰੋਪਣ ਹੁੰਦਾ ਰਹੇਗਾ ਕਾਂਗਰਸ ਤੇ ਅਕਾਲੀਆਂ ਵੱਲੋਂ ਇੱਕ ਦੂਜੇ ਤੇ? ਸਿਰਫ ਇਹ ਚੋਣਾਂ ਵਿੱਚ ਇਹੀ ਕੁਛ ਹੋਏਗਾ? ਦਵਿੰਦਰ, ਮੈਨੂੰ ਜਿੱਦਣ ਇਹ ਲਾਸਟ ਸੈਸ਼ਨ ਸੀਗਾ ਪਿਛਲੇ ਹਫਤੇ, ਜਦੋਂ ਉਹ ਸੈਸ਼ਨ ਦੇ ਵਿੱਚ ਬਿੱਲ ਲਿਆਂਦਾ ਗਿਆ, ਔਰ ਮੈਂ ਹੈਰਾਨ ਸੀਗਾ ਕਿ ਕਾਂਗਰਸ ਨੇ ਆਪਣੇ ਵਿੱਤ ਮੰਤਰੀ ਨੂੰ ਇਹਦੇ ਤੇ ਲੀਡ ਸਪੀਕਰ ਵਜੋਂ ਪੇਸ਼ ਕੀਤਾ, ਔਰ ਮਨਪ੍ਰੀਤ ਸਿੰਘ ਬਾਦਲ ਇਹਦੇ ਤੇ ਆਪਣੇ ਸ਼ਾਇਰੋ ਸ਼ਾਇਰੀ ਦੇ ਅੰਦਾਜ਼ ਦੇ ਵਿੱਚ ਉਹਨਾਂ ਨੇ ਸ਼ੁਰੂ ਕੀਤਾ, ਔਰ ਇਹਦੇ ਤੇ ਉਹਨਾਂ ਨੇ ਦੱਸਿਆ ਵੀ ਕਿਵੇਂ ਇਹ ਪੰਜਾਬ ਦੇ ਨਾਲ ਧੋਖਾ ਹੋਇਆ, ਕਿਵੇਂ ਇਹ ਮਹਿੰਗੇ ਬਿਜਲੀ ਦੇ ਸਮਝੌਤੇ ਸਾਈਨ ਕੀਤੇ ਗਏ, ਔਰ ਇਹਦੇ ਨਾਲ ਕਿੰਨਾ ਨੁਕਸਾਨ ਹੋ ਗਿਆ। ਉਹ ਮਨਪ੍ਰੀਤ ਬਾਦਲ ਮੈਂ ਸੁਣਦਾ ਰਿਹਾ ਕਾਫੀ ਦੇਰ, ਔਰ ਮੈਂ ਬੜਾ ਹੈਰਾਨ ਸੀ ਵੀ ਮਨਪ੍ਰੀਤ ਬਾਦਲ ਕਿਹੜੇ ਮੂੰਹ ਦੇ ਨਾਲ ਇਹ ਸਾਰੀਆਂ ਗੱਲਾਂ ਕਰ ਰਹੇ ਆ। ਔਰ ਇਸੇ ਕਰਕੇ ਮੈਂ ਫਿਰ ਉੱਠਿਆ, ਮੈਂ ਪੁਆਇੰਟ ਆਫ ਆਰਡਰ ਲੈ ਕੇ ਮੈਂ ਪੁਆਇੰਟ ਆਊਟ ਕੀਤਾ ਵੀ ਮਨਪ੍ਰੀਤ ਬਾਦਲ, ਤੁਸੀਂ ਤੇ ਆਪ ਜਿਹੜੇ ਹੁਣ ਵਿੱਤ ਮੰਤਰੀ ਨੇ, ਇਹ ਉਦੋਂ ਵੀ ਇਹੋ ਹੀ ਵਿੱਤ ਮੰਤਰੀ ਸਨ, ਔਰ ਤੁਸੀਂ ਉਦੋਂ ਇਹਦੇ ਤੇ ਕੀ ਇਤਰਾਜ਼ ਕੀਤਾ? ਔਰ ਜੇ ਵਾਕਈ ਇਤਰਾਜ਼ ਕੀਤਾ, ਕਿਉਂਕਿ ਮੈਂ ਉੱਥੇ ਪੁਆਇੰਟ ਆਊਟ ਕੀਤਾ, ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਉਹ ਸਾਰੀ ਬਹਿਸ ਸੁਣੀ ਆ, ਮੈਂ ਉੱਥੇ ਪੁਆਇੰਟ ਆਊਟ ਕੀਤਾ ਵੀ ਜਿਹੜੇ ਵੀ ਕੈਬਨਿਟ ਦਾ ਫੈਸਲਾ ਹੁੰਦਾ ਵਾ, ਸਾਰੀ ਕੈਬਨਿਟ ਦੀ, ਸਾਰੀ ਮੰਤਰੀ ਮੰਡਲ ਦੀ ਇੱਕ ਕਲੈਕਟਿਵ ਇਕੱਠੀ ਰਿਸਪੌਂਸਿਬਿਲਿਟੀ ਹੁੰਦੀ ਹੈ। ਦੇयर ਇਜ਼ ਸਮਥਿੰਗ ਕਾਲਡ ਕਲੈਕਟਿਵ ਰਿਸਪੌਂਸਿਬਿਲਿਟੀ ਆਫ ਦੀ ਕੈਬਨਿਟ। ਜੋ ਵੀ ਫੈਸਲਾ ਹੁੰਦਾ ਉਹ ਸਿਰਫ ਮੁੱਖ ਮੰਤਰੀ ਦਾ ਜਾਂ ਇੱਕ ਮੰਤਰੀ ਦਾ ਫੈਸਲਾ ਨਹੀਂ ਹੁੰਦਾ, ਸਾਰੀ ਕੈਬਨਿਟ ਦਾ ਫੈਸਲਾ ਹੁੰਦਾ। ਸੋ ਤੁਸੀਂ ਵੀ ਉਹਦੇ ਸ਼ਾਮਲ ਸੀਗੇ, ਤੁਸੀਂ ਬਤੌਰ ਵਿੱਤ ਮੰਤਰੀ ਤੁਸੀਂ ਉਦੋਂ ਨੋਟਿਸ ਦਿਖਾ ਦਿਓ ਵੀ ਤੁਸੀਂ ਕੀ ਇਹਦੇ ਤੇ ਇਤਰਾਜ਼ ਕੀਤਾ ਸੀਗਾ। ਫਿਰ ਉਹਨਾਂ ਨੇ ਦੱਸਿਆ ਜੀ ਵੀ ਅਸੀਂ ਕਿਵੇਂ ਪਤਾ ਨਹੀਂ ਕਿੰਨੀ ਜ਼ਮੀਨ ਜਿਹੜੀ ਆ ਬੜੇ ਮਹਿੰਗੇ ਰੇਟਾਂ ਦੇ ਉੱਤੇ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤੀ ਗਈ। ਉਹ ਪੈਸਾ ਜਿਹੜਾ ਵਾ ਉਹ ਵਿੱਤ ਮੰਤਰੀ ਨੇ ਰਿਲੀਜ਼ ਕੀਤਾ ਹੋਊਗਾ ਉਹ ਜ਼ਮੀਨ ਲੈਣ ਵਾਸਤੇ ਔਰ ਪ੍ਰਾਈਵੇਟ ਕੰਪਨੀ ਨੂੰ ਦੇਣ ਵਾਸਤੇ। ਸੋ ਉਦੋਂ ਉਹਨਾਂ ਨੇ ਕੀ ਇਤਰਾਜ਼ ਕੀਤਾ? ਸੋ ਉਹ ਉੱਠ ਕੇ ਬੋਲੇ, ਕਹਿੰਦੇ ਜੀ ਮੈਂ ਤੇ ਸਰਕਾਰ ਤੋਂ ਰਿਜ਼ਾਈਨ ਕਰਤਾ ਸੀ। ਸਰਕਾਰ ਤੋਂ ਉਹਨਾਂ ਰਿਜ਼ਾਈਨ ਕੀਤਾ ਵਾ ਸ਼ਾਇਦ 2009-10 ਦੇ ਵਿੱਚ, ਪਰ ਉਹ ਉਹਨਾਂ ਨੇ ਰਿਜ਼ਾਈਨ ਕੀਤਾ ਸੀਗਾ ਕਿ ਸਰਕਾਰ ਬਹੁਤ ਜ਼ਿਆਦਾ ਸਬਸਿਡੀਆਂ ਕਿਸਾਨਾਂ ਨੂੰ ਔਰ ਬਾਕੀ ਦੇ ਰਹੀ ਹੈ ਸਬਸਿਡੀਆਂ, ਔਰ ਸਬਸਿਡੀਆਂ ਦੇ ਕੇ ਅਸੀਂ ਸਰਕਾਰ ਨਹੀਂ ਚਲਾ ਸਕਦੇ, ਉਹਦੇ ਤੇ ਇਤਰਾਜ਼ ਕੀਤਾ ਸੀਗਾ। ਸੋ ਸਮਾਂ ਹੈ ਨਹੀਂ ਸੀਗਾ, ਮੈਨੂੰ ਤੇ ਪੁਆਇੰਟ ਆਫ ਆਰਡਰ ਤੇ ਸੀਗਾ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਸੀਗਾ ਵੀ ਉਦੋਂ ਵੀ ਸਬਸਿਡੀਜ਼ ਦਿੱਤੀਆਂ ਜਾਂਦੀਆਂ ਸੀ, ਤੁਸੀਂ ਇਤਰਾਜ਼ ਕੀਤਾ, ਤੇ ਉਹੀ ਸਬਸਿਡੀਜ਼, ਸਿਰਫ ਉਹੀ ਸਬਸਿਡੀਜ਼ ਅੱਜ ਵੀ ਨਹੀਂ ਦਿੱਤੀਆਂ ਜਾਂਦੀਆਂ। ਅੱਜ ਕਿਤੇ ਜ਼ਿਆਦਾ, ਜੇ ਉਦੋਂ 5-6 ਹਜ਼ਾਰ ਦੀਆਂ ਸਬਸਿਡੀਜ਼ ਦਿੰਦੇ ਸੀ ਤੇ ਹੁਣ ਤੇ 12-14 ਹਜ਼ਾਰ ਦੀਆਂ ਸਬਸਿਡੀਜ਼ ਸਰਕਾਰ ਦੇ ਰਹੀ ਹੈ, ਔਰ ਹੁਣ ਕਿਉਂ ਨਹੀਂ ਇਤਰਾਜ਼ ਕਰਦੇ ਤੁਸੀਂ? ਸੋ ਇਹ ਮੈਨੂੰ ਬੜਾ ਅਫਸੋਸ ਆ ਕਿ ਇਹ ਜਿਹੜੇ ਬੰਦੇ ਆਪਣੇ ਆਪ ਨੂੰ ਇੰਨਾ ਸਾਫ਼ ਦੱਸਦੇ ਆ, ਆਪਣੀ ਕਿਸੇ ਨੂੰ ਤੇ ਇਲਜ਼ਾਮ ਮੜਦੇ ਆ, ਉਹ ਆਪਣੇ ਅੰਦਰ ਗਿਰਬਾਨ ਦੇ ਵਿੱਚ ਆਤੀ ਨਹੀਂ ਮਾਰਦੇ ਵੀ ਅਸੀਂ ਕੀ ਕੀਤਾ ਔਰ ਸਾਡੀ ਕਿੰਨੀ ਕੁ ਜ਼ਿੰਮੇਵਾਰੀ ਬਣਦੀ ਆ। ਕਿੰਨਾ ਵਧੀਆ ਹੁੰਦਾ ਜੋ ਮਨਪ੍ਰੀਤ ਬਾਦਲ ਉੱਠ ਕੇ ਆਉਂਦੇ ਜੀ ਵੀ ਮੈਂ ਵੀ ਗੁਨਾਹਗਾਰ ਹਾਂ, ਮੈਂ ਵੀ ਇਹਦੇ 'ਚ ਗਲਤੀ ਕੀਤੀ, ਮੈਂ ਵੀ ਉਦੋਂ ਇਤਰਾਜ਼ ਨਹੀਂ ਕੀਤਾ, ਰਾਈਟ, ਔਰ ਇੰਨਾ ਅਸੀਂ ਨੁਕਸਾਨ ਕੀਤਾ। ਪਰ ਇਹ ਉਹ ਕਿਸੇ ਨੂੰ ਬਲੇਮ ਕਰ ਰਹੇ ਸੀ ਔਰ ਆਪਣੀ ਗੱਲ ਕਰ ਹੀ ਨਹੀਂ ਸੀ ਰਹੇ ਹੋ। ਸੋ ਮੈਂ ਬੇਸਿਕਲੀ ਇਹਦੇ ਬਾਰੇ ਇਤਰਾਜ਼ ਕੀਤਾ। ਬਾਕੀ ਇਹਦੇ ਤੇ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਫਿਰ ਇਹੋ ਕਹਿਣਾ ਚਾਹੁੰਦਾ ਵੀ ਬੜੀ ਦੇਰ ਦੇ ਨਾਲ ਇਹ ਮਸਲਾ ਚੁੱਕਿਆ ਗਿਆ ਵਾ, ਔਰ ਅੱਜ ਵੀ ਤੁਸੀਂ ਸਮਝੌਤੇ
ਰੱਦ ਕਰਤੇ। ਉਹਦਾ ਜਿਹੜਾ ਟੈਰਿਫ ਆ, ਜਿਹੜਾ ਬਿਜਲੀ ਦਾ ਰੇਟ ਜਿੱਤੇ ਬਿਜਲੀ ਖਰੀਦਣੀ ਆ, ਉਹ ਦੁਬਾਰਾ ਫਿਕਸ ਕਰਨ ਦਾ ਤੁਸੀਂ ਫੈਸਲਾ ਲੈ ਲਿਆ। ਪਰ ਮਸਲਾ ਉੱਥੇ ਆ ਜਾਂਦਾ ਵਾ ਵੀ ਕੀ ਸਾਨੂੰ ਹਾਲੀ ਵੀ ਥਰਮਲ ਪਾਵਰ ਦੇ ਨਾਲ ਹੀ ਚੱਲਣਾ ਪਊਗਾ? ਹਾਲੀ ਵੀ ਕੋਈ ਗਾਂਹ ਵਾਸਤੇ ਨਹੀਂ ਸੋਚ ਰਿਹਾ ਮੇਰੇ ਹਿਸਾਬ ਦੇ ਨਾਲ ਦਵਿੰਦਰ, ਕਿਉਂਕਿ ਸੋਚਣ ਦੀ ਇਹ ਲੋੜ ਆ। ਠੀਕ ਆ, ਤੁਸੀਂ ਜਿਹੜੀ ਆਲਟਰਨੇਟ ਰੀਨਿਊਏਬਲ એનર્ਜੀ ਦੇ ਉੱਤੇ ਤੁਸੀਂ ਰੇਟ ਘੱਟ ਕਰਤੇ, ਰੀਨਿਊਏਬਲ એનર્ਜੀ ਸਾਨੂੰ ਧਿਆਨ ਦੇਣ ਦੀ ਲੋੜ ਆ, ਲੇਕਿਨ ਨਾਲ ਨਾਲ ਸਾਨੂੰ ਹਾਈਡਲ ਪਾਵਰ ਜਿਹੜੀ ਪੰਜਾਬ ਦੀ ਤਾਕਤ ਆ, ਪੰਜ ਆਪ ਪਾਣੀਆਂ ਦੀ ਧਰਤੀ ਹੈ, ਸੋ ਸਾਨੂੰ ਹਾਈਡਲ ਪਾਵਰ ਤੇ ਜ਼ੋਰ ਦੇਣਾ ਚਾਹੀਦਾ ਵਾ। ਔਰ ਮੈਂ ਉੱਥੇ ਸਮਾਂ ਨਹੀਂ ਸੀਗਾ ਇਹ ਮੈਂ ਕਹਿ ਸਕਦਾ, ਪਰ ਸਾਨੂੰ ਹਿਮਾਚਲ ਪ੍ਰਦੇਸ਼ ਦੇ ਨਾਲ ਰਲ ਕੇ, ਹਿਮਾਚਲ ਪ੍ਰਦੇਸ਼ ਸਾਡਾ ਗੁਆਂਢੀ ਰਾਜ ਆ, ਸਾਡੇ ਵਿੱਚੋਂ ਨਿਕਲਿਆ ਵਾ, ਉਹਨਾਂ ਦੇ ਨਾਲ, ਕਿਉਂਕਿ ਇਹ ਸਾਰੀਆਂ ਨਦੀਆਂ ਜਿਹੜੀਆਂ ਪੰਜਾਬ 'ਚ ਆਉਂਦੀਆਂ ਵਾ ਜਾਂ ਦੂਜੇ ਪਾਸੇ ਵੀ ਜਾਂਦੀਆਂ ਵਾ, ਇਹ ਬਹੁਤੀਆਂ ਉੱਥੋਂ ਹੀ ਸ਼ੁਰੂ ਹੁੰਦੀਆਂ ਵਾ, JNK ਤੇ ਹਿਮਾਚਲ ਤੋਂ। ਸੋ ਉਹਨਾਂ ਸਟੇਟਾਂ ਦੇ ਨਾਲ ਸਾਨੂੰ ਐਗਰੀਮੈਂਟਸ ਇਕੱਠੇ, ਜੁਆਇੰਟ ਪਾਵਰ ਐਗਰੀਮੈਂਟਸ ਕਰਕੇ ਸਾਨੂੰ ਕੁਝ ਪਾਵਰ ਜਿਹੜੀ ਆ, ਵੱਡਾ ਹਿੱਸਾ ਪਾਵਰ ਦਾ ਜਿਹੜਾ ਵਾ, ਉਹ ਹਾਈਡਲ ਪਾਵਰ ਵੱਲ ਧਿਆਨ ਦੇਣ ਦੀ ਲੋੜ ਹੈ। ਜਿਸ ਤਰ੍ਹਾਂ ਤੁਸੀਂ ਕੋਲ એનર્ਜੀ ਦੀ ਤੇ ਫੋਸਿਲ એનર્ਜੀ ਦੀ ਗੱਲ ਕੀਤੀ ਹੈ ਕਿ ਉਹ ਲਗਾਤਾਰ ਵਾਤਾਵਰਣ ਨੂੰ ਵੀ ਖਰਾਬ ਕਰ ਰਹੇ ਨੇ, ਤੇ ਪੰਜਾਬ ਪਹਿਲਾਂ ਹੀ ਬਹੁਤ ਮਾੜੀ ਹਾਲਤ ਵਿੱਚ ਹੈ, ਤੇ ਸਾਡੇ ਕੋਲੇ ਸਿਰਫ ਖੇਤੀ ਹੋਈ ਹੈ, ਖੇਤੀ ਬਚੀ ਹੈ ਸਾਡੀ ਰੋਟੀ ਰੋਜ਼ੀ ਦਾ ਆਧਾਰ। ਤਾਂ ਤੁਸੀਂ ਕੀ ਸੋਚਦੇ ਹੋ ਕਿ ਪਹਿਲਾਂ ਇਹਨਾਂ ਤੇ ਬਹੁਤ ਸਾਰਾ ਪੈਸਾ ਲਾਇਆ ਇਨਫਰਾਸਟ੍ਰਕਚਰ ਕ੍ਰੀਏਟ ਕਰਨ ਤੇ ਹਾਈਡਲ ਤੇ ਫਿਰ ਪੰਜਾਬ ਨੂੰ ਨਵੇਂ ਸਿਰਿਓਂ ਬਹੁਤ ਖਰਚਾ ਨਹੀਂ ਕਰਨਾ ਪਏਗਾ? ਹਾਂ, ਇਹ ਸਾਨੂੰ ਕਰਨਾ ਤਾਂ ਲੇਟਰ ਔਰ ਸੂਨਰ ਕਰਨਾ ਤਾਂ ਪਏਗਾ, ਮਨੁੱਖਾਂ ਨੂੰ ਬਚਾਉਣ ਲਈ, ਆਲੇ ਦੁਆਲੇ ਨੂੰ ਬਚਾਉਣ ਲਈ, ਫਲੋਰਾ ਐਂਡ ਫੌਨਾ ਬਚਾਉਣ ਲਈ, ਪਰ ਕਿੰਨਾ ਇੱਕ ਖਰਚੇ ਹੋਰ ਪੰਜਾਬ ਕਰ ਸਕਦਾ ਜਦੋਂ ਕਿ ਇੰਨੇ ਕਰਜ਼ੇ ਵਿੱਚ ਹੈ ਪੰਜਾਬ? ਦੇਖੋ, ਇਹਦੇ ਤੇ ਇੱਕ ਪ੍ਰੋਪਰ ਸਾਨੂੰ એનર્ਜੀ ਪਾਲਿਸੀ ਬਣਾਉਣ ਦੀ ਲੋੜ ਹੈ ਵੀ ਅਸੀਂ ਥਰਮਲ ਪਲਾਂਟਸ ਤੋਂ ਕਿੰਨੀ ਕੁ ਪਾਵਰ ਲੈਣੀ ਆ, ਅਸੀਂ ਰੀਨਿਊਏਬਲ એનર્ਜੀ ਤੋਂ ਕਿੰਨੀ ਕੁ ਪਾਵਰ ਲੈਣੀ ਆ, ਹਾਈਡਲ ਤੋਂ ਅਸੀਂ ਕਿੰਨੀ ਕੁ ਲੈਣੀ ਆ। ਮੇਰਾ ਨਹੀਂ ਖਿਆਲ ਕਿ ਅਸੀਂ ਕੋਈ ਪ੍ਰੋਪਰ ਕੋਈ ਰੋਡ ਮੈਪ ਇਹਦੇ ਤੇ ਬਣਾਇਆ ਵਾ। ਰੋਡ ਮੈਪ ਬਣਾਉਣ ਦੀ ਲੋੜ ਆ, ਖਰਚਾ ਜ਼ਰੂਰ ਹੋਊਗਾ। ਮੈਂ ਇਸੇ ਕਰਕੇ ਕਹਿ ਰਿਹਾ ਵੀ ਜੁਆਇੰਟ ਪਾਵਰ ਪ੍ਰੋਜੈਕਟਸ ਹਿਮਾਚਲ ਦੇ ਨਾਲ ਰਲ ਕੇ ਇਸ ਪਾਸੇ ਵੱਲ ਨੂੰ ਵਧਣਾ ਪੈਣਾ, ਸਾਨੂੰ ਇਹਦੇ ਬਾਰੇ ਸੋਚਣਾ ਪੈਣਾ ਵਾ। ਬਿਲਕੁਲ ਖਰਚਾ ਹੋਊਗਾ, ਔਰ ਖਰਚਾ ਘਟਾਉਣ ਦੇ ਬਾਰੇ ਵੀ ਸੋਚਣਾ ਪੈਣਾ ਵਾ। ਔਰ ਅਖੀਰ ਜਿਹੜਾ ਫਾਈਨਲ ਜਿਹਦੇ ਤੇ ਪੰਜਾਬ ਇਨ ਮਾਈ ਓਪੀਨੀਅਨ ਪੰਜਾਬ ਇਜ਼ ਬਲੈਸਡ। ਇੱਥੇ ਬਹੁਤ ਜ਼ਿਆਦਾ ਸੋਲਰ ਪਾਵਰ ਹੈ ਸਾਡੇ ਕੋਲ, ਸੂਰਜ ਦੀ એનર્ਜੀ ਹੈ ਸਾਡੇ ਕੋਲ। ਹਾਂ, ਤੋ ਲੰਬੀ ਹੁੰਦੀ ਹੈ, ਸਾਨੂੰ ਉਹਦਾ ਫਾਇਦਾ ਉਠਾ ਕੇ ਉਹਦੇ ਨਾਲ ਨਾਲ ਸਾਨੂੰ ਬਾਇਓਗੈਸ ਵੱਲ ਵੀ ਧਿਆਨ ਦੇਣਾ ਚਾਹੀਦਾ ਵਾ। ਅੱਜ ਪਰਾਲੀ ਸੜਨ ਦਾ ਇੱਕ ਬੜਾ ਵੱਡਾ ਮਸਲਾ ਵਾ, ਉਹ ਵੀ ਇਸ ਮਸਲੇ ਨਾਲ ਹੱਲ ਹੋ ਸਕਦਾ ਵਾ। ਇਹਦੇ ਨਾਲ ਨਾਲ ਸਾਡੇ ਪੰਜਾਬ ਇੱਕ ਡੇਅਰੀ ਸੂਬਾ ਵਾ। ਗੋਬਰ ਗੈਸ ਮੈਨੂੰ ਯਾਦ ਹੈ ਅੱਜ ਤੋਂ 30-40 ਸਾਲ ਪਹਿਲਾਂ, ਜਦੋਂ ਮੈਂ ਛੋਟਾ ਸੀਗਾ, ਉਦੋਂ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਂਦਾ ਸੀ। ਹੁਣ ਹੌਲੀ ਹੌਲੀ ਗੋਬਰ ਗੈਸ ਖਤਮ ਹੀ ਹੋ ਗਈ ਹੈ। ਉਹ ਅਸੀਂ ਕਿਉਂ ਖਤਮ ਕਰ ਲਈ ਹੈ? ਹਾਲੀ ਮੈਨੂੰ ਪਤਾ ਵਾ ਕਿ ਰੋਪੜ ਦੇ ਵਿੱਚ ਇੱਕ ਪਿੰਡ ਆ ਜਿਹੜਾ ਸਾਰਾ ਗੋਬਰ ਗੈਸ ਦੇ ਨਾਲ ਆਪਣੀ ਰੋਟੀ ਪਕਾਉਂਦਾ ਵਾ। ਸੋ ਅਸੀਂ ਇਹੋ ਜਿਹੇ ਕਿਉਂ ਮਾਡਲਸ ਜਿਹੜੇ ਆ, ਉਹ ਅਸੀਂ ਉਹਨਾਂ ਵੱਲ ਵੇਖ ਕੇ ਬਾਕੀ ਮਾਡਲਸ ਜਿਹੜੇ ਆ, ਬਾਕੀ ਪਿੰਡਾਂ ਵੱਲ ਇਹੋ ਜਿਹੇ ਮਾਡਲਸ ਅਸੀਂ ਬਹੁਤ ਚਰਚਿਤ ਕਰ ਸਕੀਏ। ਚਲੋ, ਇਹ ਸਾਰੇ ਮਤਲਬ ਵਾਈਟ ਪੇਪਰ ਦੇ ਬਹਾਨੇ ਸਾਡੇ ਕੋਲੇ ਬੜਾ ਕੁਝ ਸਾਹਮਣੇ ਆਇਆ ਹੈ, ਤੇ ਪੰਜਾਬ ਵੈਸੇ ਠੀਕ ਹੈ, ਤੁਸੀਂ ਆਖਿਆ ਕਿ ਬਲੈਸਡ ਹੈ, ਕੁਦਰਤ ਨੇ ਬਹੁਤ ਸਾਰੀ ਧੁੱਪ ਦਿੱਤੀ ਇਸ ਨੂੰ, ਤੇ ਪੌਣ ਪਾਣੀ ਸੋਹਣਾ ਦਿੱਤਾ, ਧਰਤੀ ਸੋਹਣੀ ਦਿੱਤੀ, ਫਸਲਾਂ ਜੋਗੀ, ਤੇ ਪਰ ਕਰਜ਼ਾ ਤਾਂ ਹੈ ਪੰਜਾਬ ਦੇ ਸਿਰ ਬਹੁਤ ਸਾਰਾ। ਬਾਰਡਰ ਸਟੇਟ ਹੈ, ਇੰਡਸਟਰੀ ਨਹੀਂ ਲੱਗੀ, ਤੇ ਹੁਣ ਬੇਸ਼ੱਕ ਤੁਸੀਂ ਵਿਰੋਧੀ ਧਿਰ ਵੱਲੋਂ ਤੁਸੀਂ ਸੱਤਾ ਵਿੱਚ ਨਹੀਂ ਹੈਗੇ, ਕੰਵਰ ਸੰਧੂ ਜੋ ਬਹੁਤ ਸੀਨੀਅਰ ਪੱਤਰਕਾਰ ਰਹੇ ਨੇ, ਪੜ੍ਹੇ ਲਿਖੇ ਨੇ, ਮੈਂ ਫਿਰ ਕਹਿ ਰਹੀ ਹਾਂ, ਤੇ ਉਹਨਾਂ ਦਾ ਵਿਜ਼ਨ ਕੀ ਹੈ ਪੰਜਾਬ ਲਈ? ਜਿਸ ਤਰ੍ਹਾਂ ਨਵਜੋਤ ਸਿੱਧੂ ਵਾਰ-ਵਾਰ ਗੱਲ ਕਰ ਰਹੇ ਨੇ ਪੰਜਾਬ ਮਾਡਲ ਦੀ, ਕੰਵਰ ਸੰਧੂ ਹੋਰਾਂ ਦਾ ਕੀ ਹੈ ਪੰਜਾਬ ਲਈ ਮਾਡਲ ਕਿ ਕਰਜ਼ਾ ਵੀ ਹੌਲੀ ਹੌਲੀ ਲੈ ਜਾਵੇ, ਇੱਕਦਮ ਤਾਂ ਉਤਰਨਾ ਨਹੀਂ, ਤੇ ਪੰਜਾਬ ਬਚ ਵੀ ਜਾਵੇ? ਦਵਿੰਦਰ, ਇਸ ਤੋਂ ਪਹਿਲਾਂ ਮੈਂ ਇਸ ਤੁਹਾਡੇ ਸਵਾਲ ਦਾ ਜਵਾਬ ਦੇਵਾਂ, ਮੈਂ ਫਿਰ ਥੋੜ੍ਹਾ ਜਿਹਾ ਬਿਜਲੀ ਸਮਝੌਤਿਆਂ ਵੱਲ ਜਾਣਾ ਚਾਹੁੰਦਾ ਵਾਂ, ਔਰ ਜਿਹੜਾ ਵਾਈਟ ਪੇਪਰ ਆਇਆ ਵਾ ਪਾਵਰ ਐਗਰੀਮੈਂਟਸ ਤੇ, ਮੈਂ ਉਹਦੇ ਬਾਰੇ ਥੋੜ੍ਹੀ ਜਿਹੀ ਹੋਰ ਜਾਣਕਾਰੀ ਸ਼ੇਅਰ ਕਰਨੀ ਚਾਹੁੰਦਾ ਤੁਹਾਡੇ ਵਿਊਅਰਸ ਦੇ ਨਾਲ। ਜਿਹੜੇ ਇਹ ਵਾਈਟ ਪੇਪਰ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਜ਼ਿਕਰ ਹੋਈਆਂ ਵਾ, ਔਰ ਉੱਥੇ ਡਿਸਕਸ਼ਨ ਕਰਦਿਆਂ ਇਹ ਵੀ ਆਇਆ ਵੀ ਇੱਕ ਕਮਿਸ਼ਨ ਬੈਠੂਗਾ, ਇੱਕ ਇਨਕੁਆਇਰੀ ਹੋਊਗੀ। ਮੇਰੇ ਹਿਸਾਬ ਦੇ ਨਾਲ ਇਹ ਕੋਈ ਬਹੁਤੀ ਲੰਬੀ ਚੌੜੀ ਇਨਕੁਆਇਰੀ ਦਾ ਸਕੋਪ ਹੈ ਨਹੀਂਗਾ। ਇਹ ਸਭ ਕੁਝ ਫਾਈਲਾਂ ਦੀ ਛਾਣਬੀਣੀ ਤੇ ਕਰਨੀ ਆ, ਔਰ ਫਾਈਲਾਂ ਦੇ ਵਿੱਚ ਸਭ ਕੁਝ ਦਰਜ ਆ। ਦੋ ਗੱਲਾਂ ਜਿਹੜੀਆਂ ਬੜੀਆਂ ਇੰਪੋਰਟੈਂਟ ਹੈ, ਜਿਹਦੇ ਬਾਰੇ ਮਨਪ੍ਰੀਤ ਬਾਦਲ ਨੇ ਵੀ ਜ਼ਿਕਰ ਕੀਤਾ। ਇੱਕ ਤੇ ਇਹ ਵਾ ਕਿ ਜਿਹੜੀ ਪੰਜਾਬ ਦੀ ਐਡੀਸ਼ਨਲ ਡਿਮਾਂਡ ਸੀ, ਉਹਨੂੰ ਵਧਾ ਚੜਾ ਕੇ ਦੱਸਿਆ ਗਿਆ, ਜਿਹਦੇ ਕਰਕੇ ਅਸੀਂ ਇੰਨੀ ਪਾਵਰ
ਪ੍ਰਾਈਵੇਟ ਐਗਰੀਮੈਂਟਸ ਕਰਕੇ ਅਸੀਂ ਪ੍ਰਾਈਵੇਟ ਪਾਵਰ ਪਲਾਂਟਸ ਤੋਂ ਲੈਣ ਦਾ ਫੈਸਲਾ ਕੀਤਾ। ਡਿਮਾਂਡ ਐਕਚੁਅਲੀ ਹੋਣੀ ਚਾਹੀਦੀ ਸੀ 1800 ਜਾਂ 2000 ਮੈਗਾਵਾਟ ਦੀ, ਔਰ ਉਹਨੂੰ ਦਿਖਾਇਆ ਗਿਆ ਵੀ 4-5000 ਮੈਗਾਵਾਟ ਦੀ ਸਾਨੂੰ ਲੋੜ ਹੈ, ਦੁੱਗਣੇ ਤੋਂ ਜ਼ਿਆਦਾ। ਇਹ ਕੌਣ ਅਫਸਰ ਸੀਗੇ ਜਿਨ੍ਹਾਂ ਨੇ ਇਹ ਫੈਸਲਾ ਕੀਤਾ? ਇਹ ਕਿਹੜੀ ਟੈਕਨੀਕੀ ਸਲਾਹ ਸੀ ਜਿਹਦੇ ਤਹਿਤ ਜਿਹੜੀ ਪੀਕ ਡਿਮਾਂਡ ਸੀ ਸਾਡੀ ਸਿਰਫ 4 ਮਹੀਨਿਆਂ ਦੀ ਸੀ, ਉਹਨੂੰ 12 ਮਹੀਨੇ ਦਿਖਾ ਕੇ ਕਿਉਂ ਅਸੀਂ ਇੰਨੀ ਪਾਵਰ ਖਰੀਦੀ ਗਈ? ਸੋ ਇਹਦੇ ਲਈ ਕੌਣ ਜ਼ਿੰਮੇਵਾਰ ਆ? ਇੱਕ ਤੇ ਇਹ ਸਾਰਾ ਫਾਈਲਾਂ ਦੇ ਦਰਜ ਹੈ, ਸਭ ਕੁਛ ਹਫਤੇ 10 ਦਿਨ ਦੇ ਵਿੱਚ ਸਭ ਕੁਝ ਬਾਹਰ ਨਿਕਲ ਸਕਦਾ ਵਾ। ਦੂਸਰੀ ਗੱਲ ਜਿਹੜੀ ਬਿਲਕੁਲ ਬਲੇਟੈਂਟ ਆ, ਸਾਹਮਣੇ ਨਜ਼ਰ ਆਉਂਦੀ ਆ, ਉਹ ਹੈ ਕਿ ਜਿਹੜਾ ਕੋਲਾ ਖਰੀਦਣਾ ਸੀਗਾ ਤੁਸੀਂ ਆਪਣੀ ਕੈਪਟਿਵ ਪਾਵਰ ਜਿਹੜੀ ਕੋਲ ਮਾਈਨ ਹੈ ਪਛਵਾੜਾ, ਪੰਜਾਬ ਦੀ ਕੈਪਟਿਵ ਕੋਲ ਮਾਈਨ ਹੈ ਝਾਰਖੰਡ ਦੇ ਵਿੱਚ, ਇੱਥੋਂ 1700-1800 ਕਿਲੋਮੀਟਰ ਦੂਰ ਆ, ਬੜਾ ਵਧੀਆ ਕੋਲਾ ਉਹਨਾਂ ਦਾ। ਫੈਸਲਾ ਹੋ ਗਿਆ, ਬੋਰਡ ਆਫ ਗਵਰਨਰਸ ਜਿਹੜੀ PSPCL ਦੀ, ਉਹਨਾਂ ਨੇ ਅਪਰੂਵ ਕਰਤਾ, ਕੈਬਨਿਟ ਨੇ ਅਪਰੂਵ ਕਰਤਾ, ਔਰ ਫਿਰ ਇੱਕ ਨੋਟਿੰਗ ਆ 2 ਅਫਸਰਾਂ ਦੇ ਵਿੱਚ, ਇੱਕ ਪੰਜਾਬ ਦਾ ਪਾਵਰ ਸੈਕਟਰੀ ਔਰ ਇੱਕ ਹੋਰ ਸੱਜਣ ਉਦੋਂ ਦੇ ਪਾਵਰ ਸੈਕਟਰੀ, ਉਹਨਾਂ ਦੀ ਨੋਟਿੰਗ ਆ ਕਿ ਪਾਵਰ ਜਿਹੜੀ ਆ ਇਹ ਮਹਾਨਦੀ ਕੋਲ ਫੀਲਡਸ ਤੋਂ ਖਰੀਦੀ ਜਾਵੇ, ਜਿਹੜੀ ਉੜੀਸਾ ਦੇ ਵਿੱਚ ਆ 600 ਕਿਲੋਮੀਟਰ ਦੂਰ, 600-700 ਕਿਲੋਮੀਟਰ ਦੂਰ, ਔਰ ਉਹ ਬੜੀ ਪੂਅਰ ਕੁਆਲਿਟੀ ਦਾ ਕੋਲ ਹੈ। ਦੂਰੋਂ ਕੋਲ ਖਰੀਦਿਆ, ਮਾੜੀ ਕੁਆਲਿਟੀ ਦਾ ਕੋਲ ਖਰੀਦਿਆ, ਔਰ ਇਹ ਕੈਬਨਿਟ ਦੇ ਫੈਸਲੇ ਦੇ ਉਲਟ ਖਰੀਦਿਆ। ਇਹ ਕਿਹੜੇ ਲੋਕ ਸੀਗੇ? ਬੜਾ ਕਲੀਅਰ ਹੈ। ਸੋ ਇਹਨਾਂ ਦੇ ਖਿਲਾਫ ਕੋਈ ਇੰਨੀ ਕਮਿਸ਼ਨ ਆਫ ਇਨਕੁਆਇਰੀ ਬਿਠਾਉਣ ਦੀ ਲੋੜ ਹੀ ਨਹੀਂ ਗੀ। ਇਹ ਤਾਂ ਤੁਸੀਂ ਮੇਰੇ ਖਿਆਲ ਵਿਜੀਲੈਂਸ ਨੂੰ ਦੇ ਦਿਓ, 10 ਦਿਨਾਂ ਦੇ ਵਿੱਚ ਉਹ ਤੁਹਾਨੂੰ ਦੱਸ ਦੇਣਗੇ ਵੀ ਆਹ ਲੋਕੀ ਸੀਗੇ। ਔਰ ਇਹਦੇ ਤੇ ਇਹ ਕਿਉਂ ਉਹਨਾਂ ਨੇ ਕੀਤਾ, ਉਹਦੀ ਕੀ ਵਜ੍ਹਾ ਸੀ, ਕੀ ਕੋਈ ਅਲਟੀਰੀਅਰ ਮੋਟਿਵ ਸੀ ਕੋਈ? ਇਹ ਗੱਲਾਂ ਤੇ ਜਦੋਂ ਇਹਨਾਂ ਲੋਕਾਂ ਦੇ ਖਿਲਾਫ ਚਾਰਜ ਸ਼ੀਟ ਫਾਈਲ ਹੋਊਗੀ ਜਾਂ ਇਹਨਾਂ ਲੋਕਾਂ ਦੀ ਕਸਟੋਡੀਅਲ ਇੰਟਰੋਗੇਸ਼ਨ ਹੋਊਗੀ, ਆਪੇ ਦੱਸਣਗੇ ਫਿਰ ਉਹ ਵੀ ਕੀ ਪੈਸਾ ਐਕਸਚੇਂਜ ਹੋਇਆ, ਕੋਈ ਪੈਸਾ ਉੱਤੇ ਗਿਆ ਕੋਈ, ਜਾਂ ਵੈਸੇ ਹੀ ਉਹਨਾਂ ਨੇ ਇੱਕ ਟਕਨੀਕੀ ਗਲਤੀ ਸੀ ਉਹਨਾਂ ਦੀ। ਸੋ ਇਸ ਕਰਕੇ ਫਿਰ ਉਹਨਾਂ ਦੇ ਖਿਲਾਫ ਐਡਮਿਨਿਸਟ੍ਰੇਟਿਵ ਕਾਰਵਾਈ ਹੋਊਗੀ। ਸੋ ਮੇਰਾ ਖਿਆਲ ਹੈ ਕਿ ਇਹ ਵਿਧਾਨ ਸਭਾ ਇਜਲਾਸ ਹੋ ਗਿਆ, ਇੱਕ ਤਰੀਕੇ ਨਾਲ ਤੁਸੀਂ ਪਾਵਰ ਐਗਰੀਮੈਂਟਸ ਰੀਨਿਊ ਕਰਤੇ ਜਾਂ ਰਿਵਿਊ ਕਰਤੇ, ਲੇਕਿਨ ਜਿਹੜੇ ਗੁਨਾਹਗਾਰ ਨੇ ਉਹਨਾਂ ਨੂੰ ਕਿਉਂ ਛੱਡ ਰਹੇ ਜੇ? ਸੋ ਉਹਨਾਂ ਦੇ ਖਿਲਾਫ ਵੀ ਕਾਰਵਾਈ ਜਿਹੜੀ ਆ ਫੌਰਨ ਕਾਰਵਾਈ ਬਣਦੀ ਆ। ਕਾਰਵਾਈ, ਹਾਂਜੀ। ਹੁਣ ਮੈਂ ਦੂਜੀ ਗੱਲ ਤੇ ਆਉਣਾ ਵਾ, ਜਿਹੜੇ ਤੁਸੀਂ ਕਹਿ ਰਹੇ ਜੇ ਵੀ ਤੁਹਾਡਾ ਰੋਡ ਮੈਪ ਕੀ ਆ। ਦੇਖੋ, ਇਹ ਤੋਂ ਪਹਿਲਾਂ ਮੈਂ ਹੁਣ ਕਿਉਂਕਿ ਤੁਸੀਂ ਜਿਹੜੀ ਇਹ ਕੋਲ ਮਾਈਨ ਬਾਰੇ ਗੱਲ ਕੀਤੀ ਹੈ, ਤੇ ਕੀ ਇਕੱਲੇ ਨੌਕਰਸ਼ਾਹ ਹੀ ਬਿਊਰੋਕਰੈਟਸ ਹੀ ਇੰਨੇ ਸਮਰੱਥ ਨੇ, ਇੰਨੀ ਉਹਨਾਂ ਦੇ ਹੱਥ ਸੱਤਾ ਆ ਕਿ ਉਹ ਇਹ ਕੁਝ ਕਰ ਗਏ, ਕੈਬਨਿਟ ਦਾ ਫੈਸਲਾ ਉਲਟਾ ਗਏ, PSPCL ਦਾ ਫੈਸਲਾ ਉਲਟਾ ਗਏ, ਤੇ ਜਾਂ ਉਹਨਾਂ ਨੂੰ ਇੰਡਸਟਰੀਅਲਿਸਟ ਉਹਨਾਂ ਦੀ ਪੁਸ਼ਤ ਪਨਾਹੀ ਕਰ ਰਹੇ ਨੇ, ਤੇ ਜਾਂ ਕੋਈ ਸਿਆਸੀ ਧਿਰ ਉਹਨਾਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ ਉੱਪਰੋਂ ਮੰਤਰੀਆਂ ਚੋਂ? ਦਵਿੰਦਰ, ਇਹ ਤੇ ਕਹਿਣਾ ਸ਼ਾਇਦ ਮੁਸ਼ਕਿਲ ਹੋਊਗਾ, ਪਰ ਜੇ ਸਿਰਫ ਅਫਸਰਾਂ ਨੇ ਇਹ ਸਭ ਕੁਝ ਕੀਤਾ ਤੇ ਇਹ ਫਿਰ ਸਾਡੇ ਕੈਬਨਿਟ ਮੰਤਰੀ ਜਿਹੜੇ ਵੀ ਸੀਗੇ ਉਦੋਂ, ਇਹ ਉਹਨਾਂ ਦੀ ਨਲਾਇਕੀ ਆ। ਮੈਂ ਆਹੀ ਕਹਿਣਾ ਚਾਹੁੰਦੀ ਹਾਂ, ਇਹਨਾਂ ਨਹੀਂ ਪਤਾ ਲੱਗਾ ਵੀ ਤੁਹਾਡੇ ਤੋਂ ਅਫਸਰ ਕੀ ਗਲਤੀ ਕਰਾ ਰਹੇ ਆ। ਔਰ ਮੇਰਾ ਆਪਣਾ ਮੰਨਣਾ ਵਾ ਕਿ ਇੰਨਾ ਸਿੰਪਲ ਨਹੀਂ ਹੁੰਦਾ ਇਹ ਸਾਰਾ ਕੁਝ। ਆਫਟਰ ਆਲ, ਜੇ ਕੈਬਨਿਟ ਦਾ ਫੈਸਲਾ ਰਿਵਰਸ ਵੀ ਹੋਇਆ ਵਾ, ਕੁਝ ਅਫਸਰਾਂ ਨੇ ਕੀਤਾ ਵਾ, ਤੇ ਫਿਰ ਵੀ ਜਿਹੜੇ ਕੰਸਰਨਡ ਮੰਤਰੀ ਸੀ ਉਹਨਾਂ ਨੇ ਫਾਈਲਾਂ ਦੇਖੀਆਂ ਹੀ ਹੋਣੀਆਂ ਵਾ, ਫਿਰ ਉਹਨਾਂ ਨੇ ਕੀ ਕਾਰਵਾਈ ਕੀਤੀ। ਸੋ ਇਹ ਮੇਰੇ ਹਿਸਾਬ ਦੇ ਨਾਲ ਇਹ ਸਿਰਫ ਅਫਸਰਾਂ ਨੇ ਨਹੀਂ ਕੀਤਾ ਹੋਣਾ। ਮੈਨੂੰ ਸ਼ੱਕ ਆ ਵੀ ਇਹ ਉਦੋਂ ਦੇ ਸਿਆਸੀ ਲੀਡਰਾਂ ਦੀ ਔਰ ਉਦੋਂ ਦੇ ਅਫਸਰਾਂ ਦੀ ਸ਼ਾਇਦ ਇਹ ਮਿਲੀ ਭੁਗਤ ਤੋਂ ਬਿਨਾਂ ਨਹੀਂ ਹੋ ਸਕਦਾ। ਹਾਂ, ਹੁਣ ਪੰਜਾਬ ਦਾ ਵਿਜ਼ਨ, ਕਿ ਕੰਵਰ ਸੰਧੂ ਹੋਰਾਂ ਦਾ ਕੀ ਵਿਜ਼ਨ ਹੋ ਸਕਦਾ ਪੰਜਾਬ ਲਈ? ਨਹੀਂ, ਮੈਂ ਇਹਦੇ ਤੇ ਹੁਣ ਕੋਈ ਨਵੀਂ ਤਾਜ਼ਾ ਰਿਸਰਚ ਤੇ ਨਹੀਂ ਕੀਤੀ, ਪਰ ਮੈਂ 2016 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦਾ ਮੈਨੀਫੈਸਟੋ ਬਣਾ ਰਿਹਾ ਸੀ, ਮੈਂ 6 ਮਹੀਨੇ ਦਵਿੰਦਰ ਬਹੁਤ ਮਿਹਨਤ ਕੀਤੀ। ਮੈਂ ਕਰੀਬ 30-35 ਤੇ ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਨਾਲ ਡਾਇਲੌਗ ਕੀਤੇ, ਉਹਨਾਂ ਮੀਟਿੰਗਸ, ਫਿਰ ਐਕਸਪਰਟਸ ਦੇ ਨਾਲ ਮੀਟਿੰਗਸ ਕੀਤੀਆਂ। 30-35 ਡਾਇਲੌਗਸ ਤੋਂ ਇਲਾਵਾ NRIs ਦੇ ਨਾਲ ਅਸੀਂ ਸਕਾਈਪ ਦੇ ਜ਼ਰੀਏ ਡਾਇਲੌਗ ਕੀਤੇ। ਮਾਹਰਾਂ ਐਕਸਪਰਟਸ ਦੇ ਨਾਲ ਘੱਟੋ ਘੱਟ ਵੀ 2-3 ਦਰਜਨ ਮੀਟਿੰਗਾਂ ਹੋਈਆਂ ਸਾਡੀਆਂ, ਡਿਫਰੈਂਟ ਖੇਤਰਾਂ ਦੇ ਐਕਸਪਰਟਸ ਦੇ ਨਾਲ। ਔਰ ਉਸ ਤੋਂ ਬਾਅਦ ਅਸੀਂ ਫਿਰ ਵੱਖ-ਵੱਖ ਮੈਨੀਫੈਸਟੋ ਬਣਾਏ, ਐਗਰੀਕਲਚਰ ਮੈਨੀਫੈਸਟੋ, ਇੰਡਸਟਰੀਲਿਸਟ ਵਾਸਤੇ ਮੈਨੀਫੈਸਟੋ, ਦਲਿਤਾਂ ਵਾਸਤੇ ਵਗੈਰਾ ਵਗੈਰਾ। ਇਸ ਤਰ੍ਹਾਂ ਅਸੀਂ 8-10 ਮੈਨੀਫੈਸਟੋ ਵੱਖਰੇ ਬਣਾਏ। ਉਹ ਮੈਨੀਫੈਸਟੋਜ਼ ਦੇ ਵਿੱਚ ਇੱਕ ਤਰੀਕੇ ਦਾ ਉਦੋਂ ਦਾ ਸਾਡਾ ਵਿਜ਼ਨ ਦਰਜ ਹੈ, ਔਰ ਬਹੁਤ ਗੱਲਾਂ ਜਿਹੜੀਆਂ ਅੱਜ ਬਾਕੀ ਸਿਆਸੀ ਤਰ੍ਹਾਂ ਕਰ ਰਹੀਆਂ ਵਾ, ਇਹ ਕਰੀਬ ਉਹਦੇ ਵਿੱਚ ਇਹਦੀਆਂ ਇੰਡੀਕੇਸ਼ਨਸ ਹੈਗੀਆਂ ਵਾ। ਜਿਵੇਂ ਅੱਜ ਲਿਕਰ ਕਾਰਪੋਰੇਸ਼ਨ ਦੀ ਗੱਲ ਹੋ ਰਹੀ ਆ, ਮੈਂ ਉਦੋਂ ਜਿਹੜਾ ਤਾਮਿਲਨਾਡੂ ਦਾ ਮਾਡਲ ਸੀਗਾ, ਤਾਮਿਲਨਾਡੂ ਦੇ ਵਿੱਚ ਲਿਕਰ ਕਾਰਪੋਰੇਸ਼ਨ ਨੂੰ ਸ਼ਾਇਦ ਟਸਮੈਕ ਕਹਿੰਦੇ ਸੀ, ਮੈਨੂੰ ਹੁਣ ਮੈਂ ਹੋ ਸਕਦਾ ਮੈਂ ਥੋੜ੍ਹਾ ਨਾਂ 'ਤੇ ਗਲਤ ਹੋਵਾਂ, ਉਹਦੀ ਅਸੀਂ ਵੇਖੀ ਵੀ ਕੀ ਉਦੋਂ ਉਹ ਤਾਮਿਲਨਾਡੂ ਐਕਸਾਈਜ਼ ਦੇ ਉੱਤੋਂ ਕਰੀਬ ਸਾਲ ਦੇ ਵਿੱਚ 29,000 ਕਰੋੜ ਰੁਪਈਆ ਬਣਾਉਂਦਾ ਸੀ। ਪੰਜਾਬ ਉਦੋਂ 4-5 ਹਜ਼ਾਰ ਕਰੋੜ ਬਣਾਉਂਦਾ ਸੀ।
ਤਾਮਿਲਨਾਡੂ ਵੱਡਾ ਸੂਬਾ ਵਾ, ਸੋ ਅਸੀਂ 29,000 ਕਰੋੜ ਨਹੀਂ ਤੇ ਅਸੀਂ 10 12 15,000 ਕਰੋੜ ਤੇ ਬਣਾ ਹੀ ਸਕਦੇ ਸੀ ਨਾ। ਇਸੇ ਤਰ੍ਹਾਂ ਅਸੀਂ ਉਦੋਂ ਹੀ ਕਿਹਾ ਸੀਗਾ ਕਿ ਮਾਈਨਿੰਗ ਜਿਹੜੀ ਆ ਇਹ ਸਰਕਾਰੀ ਸਿਸਟਮ ਦੇ ਨਾਲ ਚੱਲਣੀ ਚਾਹੀਦੀ ਆ। ਹੁਣ ਉਹਦੇ ਤੇ ਹੁਣ ਇਸ ਸਰਕਾਰ ਨੇ ਕਾਰਵਾਈ ਕੀਤੀ ਆ। ਕੁਛ ਟਰਾਂਸਪੋਰਟ ਮਾਫੀਆ ਜਿਹੜਾ ਵਾ ਉਹਨੂੰ ਉੱਤੇ ਨਕੇਲ ਪਾਉਣ ਦੀ ਲੋੜ ਸੀਗੀ। ਸੋ ਇਹ ਸਾਰੀਆਂ ਗੱਲਾਂ ਅਸੀਂ ਉਦੋਂ ਕਿਹਾ ਸੀ ਵੀ ਨੌਜਵਾਨਾਂ ਨੂੰ ਅਸੀਂ ਮਿਨੀ ਬੱਸਾਂ ਦੇਵਾਂਗੇ, ਸਰਕਾਰੀ ਸੈਕਟਰ ਨੂੰ ਅਸੀਂ ਬੜਾਵਾ ਦੇਵਾਂਗੇ। ਸੋ ਉਦੋਂ ਸਾਡਾ ਵਿਜ਼ਨ ਸੀਗਾ। ਔਰ ਕਿਉਂਕਿ ਜਦੋਂ ਅਸੀਂ ਇਹ ਬਣਾਉਂਦੇ ਸੀਗੇ ਮੈਨੀਫੈਸਟੋ ਬਣਾਉਂਦੇ ਸੀ, ਅਸੀਂ ਬਹੁਤ ਡਿਸਕਸ਼ਨਸ ਕਰਦੇ ਸੀ ਆਪਣੀ ਟੀਮ ਦੇ ਨਾਲ ਵੀ। ਅਰਵਿੰਦ ਕੇਜਰੀਵਾਲ ਨਾਲ ਹਰ ਮੈਨੀਫੈਸਟੋ ਬਣਾਉਣ ਤੋਂ ਪਹਿਲਾਂ ਡਿਸਕਸ਼ਨ ਕਰਦੇ ਸੀ। ਉਹਨਾਂ ਤੋਂ ਵੀ ਸਾਨੂੰ ਕੋਈ ਨਾ ਕੋਈ ਸੇਧ ਮਿਲਦੀ ਸੀਗੀ ਕਿ ਉਹਨਾਂ ਦਾ ਐਕਸਪੀਰੀਅੰਸ ਸੀਗਾ ਸਰਕਾਰ ਰਨ ਕਰਨ ਦਾ। ਤੇ ਉਦੋਂ ਸਾਡੇ ਵਾਸਤੇ ਬੜੀ ਵੱਡੀ ਚੁਣੌਤੀ ਸੀ ਵੀ ਅਸੀਂ ਵੀ ਕਹਿ ਰਹੇ ਸੀ ਉਦੋਂ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ ਕਰ ਦਾਂਗੇ, ਪਰ ਫਿਰ ਸਾਨੂੰ ਇਹ ਵੀ ਸੀਗਾ ਵੀ ਅਸੀਂ ਕਿੱਥੋਂ ਮਾਫ ਕਰਨਾ ਵਾ। ਸੋ ਇਸੇ ਕਰਕੇ ਅਸੀਂ ਉਹਨੂੰ ਬੜਾ ਸਿਸਟਮੈਟਿਕ ਕਿਹਾ ਵੀ ਪਹਿਲੇ ਸਾਲ ਅਸੀਂ ਇਹਨਾਂ ਦਾ ਕਰਜ਼ਾ ਮਾਫ ਕਰਾਂਗੇ, ਦੂਜੇ ਸਾਲ ਇਹਨਾਂ ਦਾ ਕਰਾਂਗੇ, ਤੀਜੇ ਸਾਲ ਇਹਨਾਂ ਦਾ ਕਰਾਂਗੇ। ਔਰ ਸਾਨੂੰ ਲੱਗਦਾ ਸੀ ਕਿ ਹਰ ਸਾਲ ਅਸੀਂ 10-12 ਹਜ਼ਾਰ ਕਰੋੜ ਐਡੀਸ਼ਨਲ ਰੈਵਨਿਊ ਜਨਰੇਸ਼ਨ ਕਰ ਸਕਾਂਗੇ। ਸਹੀ ਸਾਡੀ ਉਦੋਂ ਵੀ ਇਹ ਸਾਨੂੰ ਅਸੀਂ ਇਹਦੇ ਲਈ ਪ੍ਰੀਪੇਅਰਡ ਸੀਗੇ, ਤਿਆਰੀ ਕੀਤੀ ਸੀ ਅਸੀਂ, ਪਰ ਉਦੋਂ ਫਿਰ ਸਾਡੀ ਸਰਕਾਰ ਹੀ ਨਹੀਂ ਆਈ। ਔਰ ਅੱਜ ਦੀ ਤਾਰੀਖ ਦੇ ਵਿੱਚ ਹੋ ਸਕਦਾ ਵਾ ਉਹ ਬਹੁਤ ਸਾਰੀਆਂ ਚੀਜ਼ਾਂ ਅੱਜ ਵੀ ਲਾਗੂ ਹੋ ਸਕਦੀਆਂ, ਹੋ ਸਕਦਾ ਵਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਵੱਖਰੀਆਂ ਕਰਨ ਦੀ ਲੋੜ ਹੈ ਅੱਜ। ਮੈਂ ਹੈਰਾਨ ਹਾਂ ਵੀ ਕਾਂਗਰਸ ਦੇ ਆਪਣੇ ਹੀ ਕੁਝ ਲੀਡਰ ਜਿਹੜੇ ਨੇ ਅੱਜ ਟਵੀਟ ਕਰ ਰਹੇ ਨੇ, ਅੱਜ ਬਿਆਨ ਦੇ ਰਹੇ ਨੇ। ਨਵਜੋਤ ਸਿੱਧੂ ਜਾਂ ਹੋਰ ਵੀ ਕੋਈ ਟਵੀਟ ਕਰ ਰਹੇ। ਮੈਂ ਹੈਰਾਨ ਹਾਂ ਵੀ ਉਹ ਤੇ ਸਰਕਾਰ ਦਾ ਹਿੱਸਾ ਵਾ, ਉਹ ਤੇ ਜਿਹੜੀ ਪਾਰਟੀ ਸੱਤਾ 'ਚ ਆ ਉਸੇ ਦਾ ਹਿੱਸਾ ਵਾ। ਤੇ ਉਹਨਾਂ ਵਾਸਤੇ ਤਾਂ ਬੜਾ ਸੌਖਾ, ਟਵੀਟ ਕੀ ਕਰਨ ਦੀ ਲੋੜ ਆ? ਉਹ ਤੇ ਆਪਣੇ ਮੁੱਖ ਮੰਤਰੀ ਦੇ ਨਾਲ ਬੈਠ ਕੇ ਤੇ ਉਹਨੂੰ ਸਲਾਹ ਮਸ਼ਵਰਾ ਦੇਣ ਵੀ ਆਹ ਕਰਨ ਦੀ ਲੋੜ ਆ। ਸੋ ਇਹ ਵਿਰੋਧੀ ਧਿਰ ਤੇ ਆਹ ਗੱਲਾਂ ਕਰਦੇ ਆ, ਪਰ ਤੁਹਾਡੇ ਆਪਣੇ ਇਹ ਗੱਲਾਂ ਕਿਉਂ ਕਰਨ ਟਵੀਟ ਕਰਕੇ? ਨਹੀਂ, ਪਰ ਨਵਜੋਤ ਸਿੱਧੂ ਦੇ ਜਿਹੜੇ ਸਮਰਥਕ ਨੇ ਉਹਨਾਂ ਦਾ ਕਹਿਣਾ ਆ ਕਿ ਜੋ ਨਵਜੋਤ ਸਿੱਧੂ ਨੇ ਉਹ ਮੁੱਦਿਆਂ ਤੇ ਆਧਾਰਿਤ ਰਾਜਨੀਤੀ ਕਰਦੇ ਨੇ ਤੇ ਹਾਈ ਕਮਾਂਡ ਨੂੰ ਇਹ ਅਖਤਿਆਰ ਦੇਣੇ ਚਾਹੀਦੇ ਨੇ। ਹਰੇਕ ਸੂਬੇ ਦੀ ਆਪਣੀ ਪਾਰਟੀ ਨੂੰ, ਹਰੇਕ ਸੂਬੇ ਵਿਚਲੀ ਆਪਣੀ ਪਾਰਟੀ ਨੂੰ। ਮਤਲਬ ਸਮਰਥਕਾਂ ਦਾ ਇਸ ਤਰ੍ਹਾਂ ਦਾ ਤਰਕ ਹੈ। ਬਿਲਕੁਲ ਜੀ, ਅਸੀਂ ਤੇ ਆਪ ਖੁਦ ਮੁਖਤਿਆਰੀ ਦੀ ਗੱਲ ਕਰਦੇ ਰਹੇ। ਮੇਰੀ ਜੇ ਆਮ ਆਦਮੀ ਪਾਰਟੀ ਦਾ ਰੌਲਾ ਹੀ ਆ ਤੇ ਉਹ ਇਹੋ ਹੀ ਰੌਲਾ ਵਾ ਵੀ ਪੰਜਾਬ ਦੀ ਯੂਨਿਟ ਨੂੰ ਖੁਦ ਮੁਖਤਿਆਰੀ ਦਿਓ। ਪਰ ਪੁਆਇੰਟ ਇਹ ਆ ਵੀ ਪਾਰਟੀ ਦੇਖੋ, ਨਵਜੋਤ ਸਿੱਧੂ ਮੇਰੇ ਪਰਸਨਲ ਮੇਰੇ ਅਜ਼ੀਜ਼ ਵੀ ਨੇ, ਮੈਂ ਉਹਨਾਂ ਦੀ ਬੜੀ ਇੱਜ਼ਤ ਕਰਦਾ ਵਾਂ ਕਿਉਂਕਿ ਉਹ ਸਹੀ ਮਸਲੇ ਚੁੱਕ ਰਹੇ ਨੇ। ਪਰ ਸਹੀ ਮਸਲੇ ਚੁੱਕ ਕੇ ਮੁੱਖ ਮੰਤਰੀ ਦੇ ਨਾਲ ਸਿਰਫ ਬੈਠਣਾ ਹੀ ਤੇ ਹੈ ਨਾ, ਜਾਂ ਕੈਬਨਿਟ ਦੇ ਨਾਲ ਬੈਠਣਾ ਹੀ ਤੇ ਹੈ ਨਾ। ਪਰ ਹੁਣ ਤਾਂ ਅੱਜ ਕੱਲ੍ਹ ਉਹਨਾਂ ਦੀ ਇਕੁਏਸ਼ਨ ਬਣੀ ਲੱਗਦੀ ਹੈ, ਚੰਨੀ ਹੋਰਾਂ ਦੀ ਤੇ ਨਵਜੋਤ ਸਿੱਧੂ ਦੀ। ਇਸੇ ਕਰਕੇ ਕਹਿੰਦਾ ਵਾਂ ਕਿ ਮੇਰਾ ਖਿਆਲ ਹੈ ਕੋਈ ਟਵੀਟ ਕਰਨ ਦੀ ਲੋੜ ਨਹੀਂ ਹੈ। ਇਨਫੈਕਟ ਆਪਣੀ ਸਰਕਾਰ ਆ, ਆਪਣੀ ਸਰਕਾਰ ਤੋਂ ਹੀ ਤੁਸੀਂ ਕੰਮ ਕਰਾਉਣ ਦੀ ਲੋੜ ਆ, ਨਾ ਕਿ ਟਵੀਟ ਕਰਨ ਦੀ ਲੋੜ ਹੈ। ਮੈਂ ਸਿਰਫ ਇਹੀ ਕਹਿਣਾ ਚਾਹੁੰਦਾ। ਜੀ, ਮੈਂ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਹ ਸਰਕਾਰੀ ਕਾਰਪੋਰੇਸ਼ਨਾਂ ਬਿਲਕੁਲ ਬਣਨੀਆਂ ਚਾਹੀਦੀਆਂ ਨੇ, ਹੈ ਨਾ, ਸਾਰੀਆਂ ਚੀਜ਼ਾਂ ਰੈਗੂਲੇਟ ਹੋਣੀਆਂ ਚਾਹੀਦੀਆਂ ਨੇ। ਪਰ ਮੇਰਾ ਸਵਾਲ ਇਹ ਹੈ ਕਿ ਡੁੱਬੀ ਤਾਂ ਜੇ ਸਾਹ ਨਾ ਆਇਆ। ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਤੱਕ ਸਾਰਾ ਕੁਝ ਸਰਕਾਰੀ ਹੀ ਸੀ, ਕਿਵੇਂ ਸਾਰਾ ਕੁਝ ਡੁੱਬ ਗਿਆ? ਸਰਕਾਰੀ ਟਰਾਂਸਪੋਰਟ ਡੁੱਬ ਗਈ, ਆਵਾਜਾਈ, ਹੈ ਨਾ, ਪਿੰਡਾਂ ਨੂੰ ਬੱਸਾਂ ਨਹੀਂ ਹੈਗੀਆਂ। ਜਿਹੜਾ ਹੈਗਾ ਏਅਰਪੋਰਟ ਤੱਕ ਬੱਸਾਂ ਕਿਹਦੀਆਂ ਦਿੱਲੀ ਤੱਕ ਚੱਲਦੀਆਂ ਨੇ, ਇਹ ਤੁਸੀਂ ਦੇਖ ਹੀ ਰਹੇ ਹੋ ਕਿ ਪ੍ਰਾਈਵੇਟ ਬੱਸਾਂ ਦੀਆਂ ਫਲੀਟਸ ਮੰਤਰੀਆਂ ਦੀਆਂ ਕਿੱਡੀਆਂ ਹੋ ਗਈਆਂ, ਸੱਤਾਧਾਰੀਆਂ ਦੀਆਂ, ਤੇ ਆਮ ਲੋਕ ਕਿੱਥੇ ਰਹਿ ਗਏ? ਤੇ ਟੈਕਸਾਂ ਦੇ ਮਾਮਲੇ ਵਿੱਚ ਕਿਹੜੀਆਂ ਬੱਸਾਂ ਤੇ ਟੈਕਸ ਵੱਧ ਹੈ, ਕਿਹੜੀਆਂ ਤੇ ਘੱਟ ਹੈ, ਕਿੱਥੇ ਕਿਹੋ ਜਿਹੀ ਚੋਰੀ ਹੋ ਰਹੀ ਹੈ, ਇੱਕ ਪਰਮਿਟ ਤੇ ਕਿੰਨੀਆਂ ਬੱਸਾਂ ਚੱਲ ਰਹੀਆਂ ਨੇ, ਜਿਸ ਤਰ੍ਹਾਂ ਸਾਡੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਕੰਮ ਕਰ ਰਹੇ ਨੇ। ਦਵਿੰਦਰ, ਜੋ ਪਹਿਲੋਂ ਸਿਸਟਮ ਸੀਗਾ ਨਾ ਉਹ ਸਹੀ ਸੀ, ਤੇ ਜੋ ਹੁਣ ਸਿਸਟਮ ਹੈ ਨਾ ਇਹ ਸਹੀ ਹੈ। ਇੱਕ ਪ੍ਰੋਪਰ ਬੈਲੈਂਸ ਚਾਹੀਦਾ ਵਾ ਟਰਾਂਸਪੋਰਟ ਸੈਕਟਰ ਦੇ ਵਿੱਚ ਵੀ। ਮੇਰੇ ਹਿਸਾਬ ਦੇ ਨਾਲ ਆਲਮੋਸਟ 60 ਤੋਂ 70% ਸਰਕਾਰੀ ਟਰਾਂਸਪੋਰਟ ਹੋਣਾ ਚਾਹੀਦਾ ਵਾ, 25 ਤੋਂ 30% ਪ੍ਰਾਈਵੇਟ ਹੋਣਾ ਚਾਹੀਦਾ ਵਾ। ਔਰ ਉਹ ਪ੍ਰਾਈਵੇਟ ਦੇ ਵਿੱਚ ਵੀ ਤੁਹਾਨੂੰ ਨੌਜਵਾਨਾਂ ਨੂੰ ਤਰਜੀਹ ਦੇਣੀ ਪਊਗੀ, ਉਹਨਾਂ ਨੂੰ ਪ੍ਰੈਫਰੈਂਸ ਦੇਣੀ ਪਊਗੀ। ਪਹਿਲੋਂ ਜਦੋਂ ਅਸੀਂ ਛੋਟੇ ਸੀਗੇ ਉਦੋਂ 100% ਹੀ ਸਰਕਾਰੀ ਸੀ ਜਾਂ 90% ਸਰਕਾਰੀ ਸੀ। ਹੁਣ ਕਰੀਬ ਉਲਟਾ ਹੀ ਹੋ ਗਿਆ, ਠੀਕ ਹੈ ਨਾ। ਸੋ ਇੱਕ ਪ੍ਰੋਪਰ ਬੈਲੈਂਸ ਦੇ ਨਾਲ ਇਹ ਚੱਲਣ ਦੀ ਲੋੜ ਆ। ਔਰ ਜਿਹੜੇ ਇੰਪੋਰਟੈਂਟ ਰੂਟ ਆ ਉੱਥੇ ਸਰਕਾਰੀ ਟਰਾਂਸਪੋਰਟ ਹੀ ਹੋਣਾ ਚਾਹੀਦਾ ਵਾ। ਔਰ ਲੋਕਲ ਬੱਸਾਂ ਚੱਲਣੀਆਂ ਚਾਹੀਦੀਆਂ ਵਾ। ਮੈਨੂੰ ਯਾਦ ਹੈ, ਮੈਂ ਜਲੰਧਰ ਪੜ੍ਹਦਾ ਸੀਗਾ ਤੇ ਸਾਡੇ DAV ਕਾਲਜ ਤੋਂ ਲੈ ਕੇ ਤੇ ਜਲੰਧਰ ਕੈਂਟ ਤੱਕ ਲਗਾਤਾਰ ਹਰ ਅੱਧੇ ਘੰਟੇ ਬਾਅਦ ਜਾਂ ਘੰਟੇ ਬਾਅਦ ਬੱਸ ਚੱਲਦੀ ਸੀਗੀ। ਉਹ ਕਿੱਥੇ ਅੱਜ ਕੱਲ੍ਹ ਬੱਸਾਂ? ਲੋੜ ਤੇ ਇਹ ਸੀਗੀ ਵੀ ਸਿਰਫ ਉਹ ਲੋਕਲ ਬੱਸਾਂ ਹੀ ਨਾ ਹੋਣ, ਹੁਣ ਤੱਕ ਸਾਨੂੰ ਮੈਟਰੋ ਰੇਲ ਲੈ ਆਉਣੀ ਚਾਹੀਦੀ ਸੀ ਇਹਨਾਂ ਸ਼ਹਿਰਾਂ ਵਾਸਤੇ, ਜਿਵੇਂ ਸ਼ਹਿਰਾਂ ਨੇ ਗਰੋ ਕੀਤਾ ਵਾ। ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਨਾ ਤੇ ਅਸੀਂ ਬੱਸ ਸਿਸਟਮ ਹੀ ਪ੍ਰੋਪਰ ਸਰਕਾਰੀ ਚਲਾ ਸਕੇ, ਨਾ ਅਸੀਂ ਮੈਟਰੋ ਰੇਲ ਹੀ ਲਿਆ ਸਕੇ। ਔਰ ਇਹ ਖਿਚੜੀ ਜਿਹੀ ਪਕਾਤੀ ਅਸੀਂ। ਔਰ ਇਹ ਖਿਚੜੀ ਦੇ ਵਿੱਚ
ਜਿਹੜੇ ਲੋਕੀ ਫਾਇਦਾ ਲੈ ਰਹੇ ਨੇ ਉਹ ਪ੍ਰਾਈਵੇਟ ਟਰਾਂਸਪੋਰਟਰਸ ਨੇ। ਜਿਸ ਤਰ੍ਹਾਂ ਸਿਆਸਤ ਵਿੱਚ ਜਾਂ ਸੱਤਾ ਲੈਣ ਲਈ ਜਿਸ ਤਰ੍ਹਾਂ ਦਾ ਕੜਮਾਸ ਮੱਚਿਆ ਹੋਇਆ ਹੈ ਤੇ ਜਿਵੇਂ ਸਾਰੇ ਨੇਮ ਤੋੜੇ ਜਾਂਦੇ ਨੇ, ਸਾਰੇ ਐਥਿਕਸ ਛੱਡੇ ਜਾਂਦੇ ਨੇ, ਤੇ ਫਿਰ ਕੀ ਸੰਭਵ ਹੈ ਲੋਕਾਂ ਦੇ ਮਸਲੇ ਹੱਲ ਹੋ ਸਕਣਗੇ? ਤੇ ਤੁਸੀਂ ਸਿਆਸਤਦਾਨਾਂ ਨੂੰ ਇਸ ਵੇਲੇ ਜਿਵੇਂ ਲੋਕ ਉੱਠੇ ਹੋਏ ਨੇ, ਲੋਕਾਂ ਨੂੰ ਕੀ ਸਲਾਹ ਦਿਓਗੇ ਤੇ ਸਿਆਸਤਦਾਨਾਂ ਨੂੰ ਕੀ ਸਲਾਹ ਦਿਓਗੇ? ਦੇਖੋ, ਪਹਿਲਾਂ ਤੇ ਸਿਆਸਤਦਾਨਾਂ ਦੀ ਜੇ ਗੱਲ ਕਰੀਏ ਤੇ ਪਹਿਲਾਂ ਤੇ ਸਿਸਟਮ ਬਣਾਉਣ ਦੀ ਲੋੜ ਆ। ਮੈਂ ਜਰਨਲਿਜ਼ਮ ਦੇ ਵਿੱਚ ਦੇਖਦਾ ਹੁੰਦਾ ਸੀਗਾ ਵੀ ਕਿਵੇਂ ਸਿਆਸਤ ਚੱਲਦੀ ਆ, ਕਾਫੀ ਕੁਝ ਮੈਨੂੰ ਪਤਾ ਸੀ, ਪਰ ਹੁਣ ਕਾਫੀ ਕੁਝ ਮੈਨੂੰ ਅੰਦਰ ਰਹਿ ਕੇ ਪਤਾ ਲੱਗਾ। ਦਵਿੰਦਰ, ਤੁਸੀਂ ਹੈਰਾਨ ਹੋਗੇ ਕਿ ਜਿਵੇਂ ਇਹ ਸਿਸਟਮ ਚੱਲ ਰਿਹਾ ਵਾ, ਇੱਕ ਐਮਐਲਏ, ਸਿਰਫ ਬਤੌਰ ਐਮਐਲਏ ਉਹਨੂੰ ਜੇ ਦੇਖਿਆ ਜਾਵੇ, ਉਹਦੇ ਕੋਲ ਕੋਈ ਪਾਵਰ ਨਹੀਂ। ਉਹਦਾ ਇੱਕੋ ਇੱਕ ਰੋਲ ਆ, ਉਹ ਇਹ ਹੈ ਕਿ ਵਿਧਾਨ ਸਭਾ ਦੇ ਵਿੱਚ ਆਪਣੇ ਹਲਕੇ ਦੇ ਮਸਲੇ ਚੁੱਕ ਸਕੇ। ਇਸ ਤੋਂ ਇਲਾਵਾ ਉਹਦਾ ਕੋਈ ਰੋਲ ਨਹੀਂ, ਔਰ ਨਾ ਹੀ ਉਹਦਾ ਰੋਲ ਕਿਸੇ ਨੇ ਅੱਜ ਤੱਕ ਡਿਫਾਈਨ ਕੀਤਾ ਵਾ। ਮੈਂ ਵਿੱਚੋਂ ਸੌਰੀ ਟੋਕ ਰਹੀ ਹਾਂ ਕਿ ਕਿਉਂਕਿ ਸੋਸ਼ਲ ਮੀਡੀਆ ਤੇ ਜਦੋਂ ਇਹ ਹੁਣ ਵਾਈਟ ਪੇਪਰ ਤੇ ਸਾਰੇ ਡਿਸਕਸ਼ਨ ਲੋਕੀ ਵੀ ਕਰਦੇ ਨੇ, ਪੜ੍ਹੇ ਲਿਖੇ ਨੇ ਬਥੇਰੇ, ਡਿਸਕਸ਼ਨ ਹੋਈ ਹੈ ਤੇ ਉਹਨਾਂ ਤੁਹਾਡਾ ਵੀ ਜ਼ਿਕਰ ਹੋਇਆ ਕਿ ਤੁਸੀਂ ਇਹ ਸਵਾਲ ਉਠਾਏ ਇਸ ਤਰ੍ਹਾਂ ਕਿ ਮਨਪ੍ਰੀਤ ਬਾਦਲ ਖੁਦ ਸ਼ਾਮਲ ਸੀ ਜਾਂ ਉਹਨਾਂ ਨੇ ਕਿਤੇ ਵਿਰੋਧ ਕੀਤਾ ਹੋਵੇ, ਕਿਹੜੇ ਪੜਾਅ ਤੇ ਉਹ ਦੱਸਣ। ਤੇ ਇਹ ਮਸਲੇ ਹੱਲ ਜਿਸ ਤਰ੍ਹਾਂ ਗੱਲ ਚੱਲੀ ਹੈ ਤਾਂ ਉਹਨਾਂ ਵਿੱਚੋਂ ਹੀ ਲੋਕਾਂ ਦਾ ਇਹ ਰਾਏ ਵੀ ਆਈ ਹੈ ਕਿ ਕੰਵਰ ਸੰਧੂ ਹੋਰਾਂ ਨੇ ਉਹੀ ਫਿਰ ਰਿਪੀਟ ਹੁੰਦੀ ਹੈ ਗੱਲ ਕਿ ਜਿਹੜੇ ਇੰਨੇ ਪੜ੍ਹੇ ਲਿਖੇ ਤੇ ਪੱਤਰਕਾਰ ਰਹੇ ਨੇ, ਜਾਣਦੇ ਨੇ ਬੜਾ ਕੁਝ, ਉਹਨਾਂ ਨੇ ਕੀ ਦੇਤਾ ਲੋਕਾਂ ਨੂੰ। ਸੋ ਤੁਸੀਂ ਵਿੱਚ ਸਾਨੂੰ ਇਹ ਵੀ ਦੱਸੋ ਕਿ ਇੱਕ ਐਮਐਲਏ ਜਿਹੜਾ ਸੱਤਾ ਵਿੱਚ ਨਹੀਂ ਹੈਗਾ, ਉਹਦੇ ਕੀ ਕੀ ਇਖਤਿਆਰ, ਇਹ ਵੀ ਜ਼ਿਕਰ ਜ਼ਰੂਰ ਕਰੋ। ਬਿਲਕੁਲ, ਮੈਨੂੰ ਵੀ ਲੋਕੀ ਕਹਿੰਦੇ ਆ, ਔਰ ਮੈਂ ਬੜੇ ਹੈਰਾਨ ਆ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ, ਵੈਸੇ ਤਾਂ ਲੋਕਤੰਤਰ ਆ, ਪਰ ਸੋਸ਼ਲ ਮੀਡੀਆ ਤੇ ਲੋਕੀ ਤੂੰ ਤਰਾਂਕ ਤੇ ਵੀ ਆ ਜਾਂਦੇ ਆ। ਮੈਨੂੰ ਵੀ ਕਹਿੰਦੇ ਆ ਤੂੰ ਆਪਣੇ ਹਲਕੇ ਲਈ ਕੀ ਕਰਤਾ। ਖੈਰ, ਹਾਂ, ਉਹ ਵੀ ਆ ਜਾਂਦੇ ਆ, ਕੋਈ ਗੱਲ ਨਹੀਂ, ਲੋਕਤੰਤਰ ਆ। ਮੇਰੇ ਖਿਆਲ ਵੀ ਗੈਟ ਦੀ ਗਵਰਨਮੈਂਟ ਦੈਟ ਵੀ ਡਿਜ਼ਰਵ। ਲੇਕਿਨ ਸੋ ਐਮਐਲਏ ਦਾ ਬੇਸਿਕ ਰੋਲ ਹੁੰਦਾ ਵਾ ਵੀ ਆਪਣੇ ਵਿਧਾਨ ਸਭਾ ਦੇ ਵਿੱਚ ਆਪਣੇ ਹਲਕੇ ਦੇ ਮਸਲੇ ਚੁੱਕ ਸਕੇ। ਪਰ ਵਿਧਾਨ ਸਭਾ ਜੇ ਹੋਵੇ, ਜੇ ਉਹਦੇ ਇਜਲਾਸ ਹੋਣ, ਸੈਸ਼ਨਸ ਹੋਣ, ਤੇ ਤਦ ਹੀ ਤੁਸੀਂ ਮਸਲੇ ਚੁੱਕੋਗੇ ਨਾ। ਹੁਣ ਘੱਟੋ ਘੱਟ ਵੀ ਸਾਡੇ ਰੂਲਸ ਮੁਤਾਬਕ 40 ਸੈਸ਼ਨ ਸਿਟਿੰਗਸ ਹੋਣੀਆਂ ਚਾਹੀਦੀਆਂ ਵਿਧਾਨ ਸਭਾ ਦੀਆਂ। ਤੁਸੀਂ ਹੈਰਾਨ ਹੋਗੇ, 2016 ਤੋਂ ਲੈ ਕੇ 2021 ਤੱਕ 12 ਤੋਂ ਲੈ ਕੇ 16 ਸਿਟਿੰਗਸ ਹੋਈਆਂ ਹਰ ਸਾਲ। ਹੋਣੀਆਂ 40 ਚਾਹੀਦੀਆਂ ਵਾ, ਹੋਣੀਆਂ 40 ਚਾਹੀਦੀਆਂ ਸੀਗੀਆਂ, ਪਰ ਹੋਈਆਂ 12 ਤੋਂ 16। ਔਰ ਅਸਲੀਅਤ ਦੇ ਵਿੱਚ ਅੱਧੇ ਵੀ ਨਹੀਂ ਹੋਏ। ਮੇਰਾ ਮੰਨਣਾ ਵਾ ਵੀ ਇਹ ਘੱਟ ਤੋਂ ਘੱਟ 60 ਤੋਂ 90 ਸਿਟਿੰਗਸ ਹੋਣੀਆਂ ਚਾਹੀਦੀਆਂ। ਔਰ ਇਹਦਾ ਮੈਂ ਹੱਲ ਵੀ ਦੱਸਿਆ ਲੋਕਾਂ ਨੂੰ, ਚੀਫ ਮਿਨਿਸਟਰ ਨੂੰ ਵੀ ਕਿਹਾ, ਸਪੀਕਰ ਸਾਹਿਬ ਨਾਲ ਵੀ ਗੱਲ ਹੋਈ ਆ ਵੀ ਹਰ ਮਹੀਨੇ 5 ਦਿਨ ਦਾ ਇਜਲਾਸ ਕਰ ਦਿਓ, ਘੱਟੋ ਘੱਟ 60 ਸਿਟਿੰਗਸ ਦੀ ਹੋਣਗੀਆਂ। ਔਰ ਬਜਟ ਸੈਸ਼ਨ ਕਿਉਂਕਿ ਲੰਬਾ ਹੋਊਗਾ, ਇਹ ਮਿਲਾ ਕੇ 70-80 ਦਿਨ ਜਿਹੜੇ ਨੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਹੋਊਗੀ। ਉੱਥੇ ਤੇ ਆਪਣੇ ਹਲਕੇ ਦੇ ਮਸਲੇ ਅਸੀਂ ਚੁੱਕ ਸਕਾਂਗੇ। ਤੁਸੀਂ ਹੈਰਾਨ ਹੋਗੇ, ਪਿਛਲੇ 6 ਮਹੀਨਿਆਂ ਤੋਂ ਕੁਐਸਚਨ ਆਰ ਹੀ ਨਹੀਂ ਹੋਇਆ। ਸਾਡੇ ਹਰ ਐਮਐਲਏ ਦੇ ਘੱਟੋ ਘੱਟ 50 ਤੋਂ 100 ਕੁਐਸਚਨ ਪੈਂਡਿੰਗ ਹੋਣੇ, ਉੱਥੇ ਕੋਈ ਜਵਾਬ ਹੀ ਨਹੀਂ ਆਊਗਾ ਉਹਦਾ। ਉਹ ਕੁਐਸਚਨ ਹੀ ਲੱਗਣੇ ਹੀ ਨਹੀਂ ਗਏ ਤੇ ਜਵਾਬ ਕਿੱਥੋਂ ਆਉਣਾ ਵਾ? ਤੇ ਫਿਰ ਲੋਕਾਂ ਦੇ ਮਸਲੇ ਕੌਣ ਐਡਰੈਸ ਕਰੇਗਾ? ਇਸ ਚੀਜ਼ ਦਾ ਪਤਾ ਹੀ ਨਹੀਂਗਾ। ਔਰ ਲੋਕੀ ਸੋਚਦੇ ਆ ਵੀ ਪਤਾ ਨਹੀਂ ਐਮਐਲਏ ਕੋਲ ਕਿੰਨਾ ਕੁ ਫੰਡ ਆ। ਔਰ ਤੁਸੀਂ ਹੈਰਾਨ ਹੋਗੇ, ਪੰਜਾਬ ਦੇ ਐਮਐਲਏ ਕੋਲ ਇੱਕ ਪੈਸੇ ਦਾ ਫੰਡ ਨਹੀਂ। ਮੈਂ ਫਿਰ ਦੇਖਣਾ ਚਾਹੁੰਦਾ ਵਾਂ, ਕਿਉਂਕਿ ਲੋਕੀ ਮੈਨੂੰ ਕਹਿੰਦੇ ਜੀ ਆਪਣੇ ਫੰਡ ਤੁਸੀਂ ਕਿਵੇਂ ਵਰਤਿਆ। ਪੰਜਾਬ ਦੇ ਐਮਐਲਏ ਕੋਲ ਇੱਕ ਪੈਸੇ ਦਾ ਫੰਡ ਨਹੀਂਗਾ। ਐਮਪੀ ਲੈਡ ਫੰਡ ਹੈ 5 ਕਰੋੜ ਹਰ ਸਾਲ ਦੀ, ਜਿਹੜੀ ਕੋਵਿਡ ਵੇਲੇ ਸਸਪੈਂਡ ਹੋਈ ਸੀ, ਜਿਹੜੀ ਦੁਬਾਰਾ ਬਹਾਲ ਹੋ ਰਹੀ ਹੈ। ਐਮਐਲਏ ਦੇ ਕੋਲ ਕੋਈ ਫੰਡ ਨਹੀਂ। ਕੁਝ ਸਟੇਟਾਂ ਨੇ ਐਮਐਲਏ ਫੰਡ ਦਿੱਤਾ ਵਾ, ਲੇਕਿਨ ਪੰਜਾਬ 'ਚ ਇਹ ਨਹੀਂ ਹੈ। ਅਸੀਂ ਮਨਪ੍ਰੀਤ ਬਾਦਲ ਨੂੰ ਇਹ ਮਸਲਾ ਚੁੱਕਿਆ, ਉਹਨਾਂ ਨੇ ਕਿਹਾ ਜੀ ਵੀ ਮੇਰੇ ਕੋਲ ਪੈਸੇ ਹੈ ਨਹੀਂਗੇ। ਫਿਰ ਉਹ ਮੰਨ ਗਏ ਇੱਕ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਦੇ ਵਿੱਚ ਵੀ ਠੀਕ ਹੈ ਜੀ 50-50 ਲੱਖ ਦੇ ਦਾਂਗੇ, ਪਰ ਨਹੀਂ ਦਿੱਤਾ। ਅੱਜ ਵੀ ਕੋਈ ਪੈਸਾ ਨਹੀਂ ਹੈ। ਹੁਣ ਮੈਂ ਸੁਣਿਆ ਵਾ ਸ਼ਾਇਦ ਕੋਈ ਫੰਡ ਇਹ ਦੇਣ ਲੱਗਿਆ, ਪਰ ਹੁਣ ਫਾਇਦਾ ਕੀ? ਹੁਣ ਇਸ ਵੇਲੇ ਕੀ ਫਾਇਦਾ? ਹੁਣ ਤੇ ਇਲੈਕਸ਼ਨ ਆ ਰਹੀਆਂ ਵਾ, ਹੁਣ ਤੇ ਅਗਲੀ ਸਰਕਾਰ ਦੇ ਵਿੱਚ ਦੇਵੇ ਜਿਹੜੀ ਸਰਕਾਰ ਦਊਗੀ। ਸੋ ਲੋਕਾਂ ਦੀ ਫਿਰ ਆਸ ਕੀ ਆ? ਲੋਕੀ ਇਹੋ ਹੀ ਆਂਦੇ ਜੀ ਵੀ ਭੋਗਾਂ ਤੇ ਆਉਣ, ਵਿਆਹਾਂ ਤੇ ਆਉਣ, ਜਾਂ ਸਾਡੇ ਸਪੋਰਟਸ ਟੂਰਨਾਮੈਂਟ ਉੱਥੇ ਆਉਣ। ਪਰ ਉੱਥੇ ਵੀ ਜੇ ਜਾਈਦਾ ਵਾ ਤੇ ਉਹ ਆਸ ਕਰਦੇ ਆ ਵੀ ਤੁਸੀਂ ਕੋਈ ਨਾ ਕੋਈ ਉੱਥੇ ਫੰਡ ਦਿਓ, ਕੋਈ ਪੈਸਾ ਦਿਓ, ਕੋਈ ਨੌਜਵਾਨਾਂ ਨੂੰ ਇਨਕਰੇਜ ਕਰਨ ਵਾਸਤੇ ਕੋਈ ਪੈਸੇ ਦਿਓ। ਸੋ ਇਹ ਸਾਰੇ ਸਿਸਟਮ 'ਚ ਤਬਦੀਲੀ ਦੀ ਲੋੜ ਹੈ। ਔਰ ਮੈਂ ਇਹਦੇ 'ਤੇ ਤੁਸੀਂ ਹੈਰਾਨ ਹੋ ਗਏ, ਮੈਂ ਚੀਫ ਮਿਨਿਸਟਰ ਨੂੰ ਵੀ ਚਿੱਠੀ ਲਿਖੀ, ਮੈਂ ਸਪੀਕਰ ਸਾਹਿਬ ਨੂੰ ਵੀ ਚਿੱਠੀ ਲਿਖੀ ਕਿ ਐਮਐਲਏ ਨੂੰ ਆਪਣੇ ਹਲਕੇ ਦੇ ਵਿਕਾਸ ਦੀ ਕਮੇਟੀ ਬਣੇ, ਉਹਦਾ ਹਿੱਸਾ ਹੋਵੇ ਉਹ, ਸੋ ਦੈਟ ਉਹਨੂੰ ਇਹ ਤਾਂ ਪਤਾ ਲੱਗੇ ਵੀ ਮੇਰੇ ਹਲਕੇ 'ਚ ਕਿਹੜੇ ਵਿਕਾਸ ਦੇ ਕੰਮ ਹੋ ਰਹੇ। ਹੁਣ ਸਾਨੂੰ ਤਾਂ ਇਹ ਵੀ ਨਹੀਂ ਕੋਈ ਦੱਸਦਾ। ਜੇ ਵਿਰੋਧੀ ਧਿਰ ਦੇ ਐਮਐਲਏ ਜੇ, ਸਾਨੂੰ ਉਹ ਵੀ ਨਹੀਂ ਕੋਈ ਦੱਸਦਾ। ਸਾਡੇ ਕੋਲ ਇਹ ਵੀ ਕੋਈ ਇਖਤਿਆਰ ਨਹੀਂ ਵੀ ਅਸੀਂ ਕਿਸੇ ਦਾ ਕੋਈ ਰਾਸ਼ਨ ਕਾਰਡ ਅਸੀਂ ਸਾਈਨ ਕਰਦੇ ਰਹਿੰਦੇ ਹਾਂ, ਪਰ ਕਿਸੇ ਦੇ ਨਹੀਂ ਬਣਦੇ। ਸੋ ਵਿਰੋਧੀ ਧਿਰ ਦੇ ਐਮਐਲਏ ਕੋਲ ਇਸ ਵੇਲੇ 0 ਪਾਵਰ ਆ। ਇੱਕ ਮਿਊਨਿਸਪੈਲਿਟੀ ਦਾ ਜਿਹੜਾ ਕਾਉਂਸਲਰ ਆ, ਉਹ ਆਪਣੇ
ਕੌਂਸਲ ਦੇ ਕੰਮ ਤੇ ਕਰਾ ਸਕਦਾ ਵਾ, ਅਸੀਂ ਤਾਂ ਉਹ ਵੀ ਨਹੀਂ ਕਰਾ ਸਕਦੇ। ਸੋ ਕਹਿਣ ਦਾ ਫਿਰ ਮਤਲਬ ਇਹ ਆ ਕਿ ਇੱਕ ਸਿਸਟਮ ਬਣਨਾ ਚਾਹੀਦਾ ਵਾ। ਜੇ ਸਿਸਟਮ ਬਣੂਗਾ ਤੇ ਤਾਂ ਹੀ ਸਿਸਟਮ 'ਚ ਬਿਹਤਰੀ ਆ ਸਕਦੀ ਹੈ। ਪਰ ਸਿਰਫ ਇੱਕ ਸਿਆਸੀ ਲੀਡਰ ਨੂੰ ਬਲੇਮ ਕਰਨਾ ਸਹੀ ਨਹੀਂ ਹੋਊ। ਬਹੁਤ ਵੱਡਾ ਬਲੇਮ ਜਿਹੜਾ ਵਾ ਸਾਡੀ ਅਫਸਰਸ਼ਾਹੀ ਤੇ ਵੀ ਜਾਂਦਾ। ਅਫਸਰਸ਼ਾਹੀ ਬਹੁਤ ਸਤਰਕ ਸੀਗੀ, ਉਹ ਦੱਸਦੀ ਸੀ ਆਪਣੇ ਮੰਤਰੀਆਂ ਨੂੰ ਵੀ ਆਹ ਕੰਮ ਸਹੀ ਆ, ਕੰਮ ਗਲਤ ਆ, ਔਰ ਕਈ ਵਾਰ ਉਹ ਨਾ ਵੀ ਕਰਦੇ ਸੀ ਸਾਈਨ ਕਰਨ ਤੋਂ ਜੇ ਕੋਈ ਗਲਤ ਕੰਮ ਆ। ਪਰ ਹੁਣ ਅਫਸਰਸ਼ਾਹੀ ਵੀ ਜਿਹੜੀ ਆ ਉਹ ਵੀ ਕੰਪਰੋਮਾਈਜ਼ ਹੋ ਗਈ ਆ, ਔਰ ਉਹੀ ਅਫਸਰ ਲਾਏ ਜਾਂਦੇ ਆ ਜਿਹੜੇ ਬਹੁਤ ਕੇਸਿਸ ਦੇ ਵਿੱਚ ਉਹੀ ਅਫਸਰ ਲਾਏ ਜਾਂਦੇ ਆ ਜਿਹੜੇ ਜੋ ਸਰਕਾਰ ਚਾਹੁੰਦੀ ਉਹੀ ਨਾਲ ਕਰਦੇ ਰਹਿਣ। ਔਰ ਇਸੇ ਕਰਕੇ ਹੀ ਲੋਕਾਂ ਨੂੰ ਸਹੀ ਫੈਸਲੇ ਨਹੀਂ ਵੇਖਣ ਨੂੰ ਮਿਲਦੇ, ਇਸੇ ਕਰਕੇ ਸਟੇਟਾਂ ਘਾਟੇ ਜਾ ਰਹੀਆਂ ਵਾ। ਇਸੇ ਕਰਕੇ ਹੀ ਆ ਵਾਈਟ ਪੇਪਰ ਜਿਹੜੇ ਅੱਜ ਆਏ ਆ ਇਹ 5 ਸਾਲ ਪਹਿਲਾਂ ਨਹੀਂ ਆਏ, ਕਿਉਂਕਿ ਇਹ ਸਾਰਾ ਹੀ ਸਿਸਟਮ ਕੰਪਰੋਮਾਈਜ਼ਡ ਆ ਔਰ ਅਕ੍ਰੋਸ ਪਾਰਟੀਜ਼ ਕੰਪਰੋਮਾਈਜ਼ ਹੈ। ਦਵਿੰਦਰ, ਮੈਂ ਬੜੇ ਅਫਸੋਸ ਨਾਲ ਮੈਨੂੰ ਕਹਿਣਾ ਪੈਂਦਾ ਵਾ ਵੀ ਇਹ ਅਕ੍ਰੋਸ ਪਾਰਟੀਜ਼ ਉਹੀ ਲੀਡਰ ਅੱਜ ਕਾਂਗਰਸ 'ਚ ਆ, ਉਹੀ ਕੱਲ ਅਕਾਲੀ ਦਲ ਚਲ ਜਾਂਦਾ ਵਾ ਐਂਡ ਵਾਈਸ ਵਰਸਾ। ਉਹੀ ਅੱਜ ਆਪ ਦੇ ਵਿੱਚ ਆ, ਉਹ ਆਪ 'ਚੋਂ ਵੀ ਜਾ ਰਿਹਾ। ਔਰ ਮੈਨੂੰ ਆਪਣੀ ਪਾਰਟੀ ਤੇ ਬਹੁਤ ਗੁੱਸਾ ਆਉਂਦਾ ਵੀ ਅਸੀਂ ਤੇ ਸਿਆਸਤ ਬਦਲਣ ਆਏ ਸੀਗੇ, ਅਸੀਂ ਵੀ ਉਹੀ ਸਿਆਸਤ ਕਰਨ ਲੱਗ ਪਏ ਜੋ ਬਾਕੀ ਕਰਦੇ ਸੀ। ਹਾਂ, ਤੁਸੀਂ ਸਿਆਸਤ ਸੰਬੰਧੀ ਤਾਂ ਸਾਡੇ ਕੱਲ ਗਗਨਦੀਪ ਹੋਰਾਂ ਨਾਲ ਸਾਡੇ ਟੀਵੀ ਪੰਜਾਬ ਲਈ ਬਹੁਤ ਗੱਲਾਂ ਕੀਤੀਆਂ। ਸੋ ਅਸੀਂ ਇਹ ਲੋਕਾਂ ਦੇ ਮਸਲੇ ਤੁਹਾਡੇ ਕੋਲੇ ਲੈ ਕੇ ਆਉਣਾ ਚਾਹੁੰਦੇ ਸਾਂ ਤੇ ਅੱਜ ਇਹ ਉਹਦੀ ਦੂਜੀ ਲੜੀ ਤਹਿਤ ਹੀ ਆਪਾਂ ਗੱਲ ਕਰ ਰਹੇ ਹਾਂ। ਹਾਂਜੀ, ਤੇ ਹੁਣ ਤੁਸੀਂ ਇਹ ਦੱਸਤਾ ਕਿ ਜਿਹੜਾ ਸੱਤਾਧਾਰੀ ਧਿਰ ਵਿੱਚ ਨਹੀਂ ਹੈਗਾ ਐਮਐਲਏ ਹੈ ਨਾ, ਜਿਹੜਾ ਵਿਰੋਧੀ ਧਿਰ ਹੈ ਜਾਂ ਕਿਸੇ ਹੋਰ ਪਾਰਟੀ ਤੋਂ ਹੈ ਜਾਂ ਇੰਡੀਪੈਂਡੈਂਟ ਹੈ, ਉਹਦੇ ਕੋਲੇ ਕੋਈ ਅਖਤਿਆਰ ਨਹੀਂ ਹੈਗੇ ਤੇ ਉਹਦੀ ਇੰਨੀ ਵੀ ਨਹੀਂ ਮੰਨੀ ਜਾਂਦੀ ਕਿ ਉਹ ਆਪਣੇ ਹਲਕੇ ਦੇ ਲੋੜਵੰਦਾਂ ਦੇ ਕੋਈ ਰਾਸ਼ਨ ਕਾਰਡ ਵਗੈਰਾ ਬਣਵਾ ਦੇਵੇ ਜਾਂ ਨੀਲੇ ਕਾਰਡ ਵਗੈਰਾ, ਤੇ ਕੋਈ ਬਹੁਤੇ ਅਖਤਿਆਰ ਨਹੀਂ ਹੈਗੇ, ਉਹਨਾਂ ਨੂੰ ਕੋਈ ਫੰਡ ਨਹੀਂ ਹੈਗੇ। ਤਾਂ ਸੱਤਾਧਾਰੀ ਧਿਰ, ਹੁਣ ਇਹ ਮੇਰਾ ਆਖਰੀ ਹੈ ਨਾ ਜਾਂਦੇ ਜਾਂਦੇ ਹੀ ਸਵਾਲ ਹੈ ਭਈ ਸੱਤਾਧਾਰੀ ਧਿਰ ਨੂੰ ਹੁਣ ਜਦੋਂ ਨਵੇਂ ਸਿਰਿਓਂ ਹੁਣ ਚੋਣ ਜ਼ਾਬਤਾ ਲੱਗਣ ਵਾਲਾ ਆਪਣੇ ਪੰਜਾਬ 'ਚ ਇਲੈਕਸ਼ਨਸ ਹੋਣੀਆਂ ਨੇ, ਚੋਣਾਂ ਹੋਣੀਆਂ ਵਿਧਾਨ ਸਭਾਈ, ਤਾਂ ਸੱਤਾਧਾਰੀ ਧਿਰ ਦੇ ਜਦੋਂ ਲੋਕੀ ਜਾਣਗੇ ਵੋਟਾਂ ਮੰਗਣ, ਲੀਡਰ ਜਾਣਗੇ, ਤੇ ਉਹਨਾਂ ਨੂੰ ਫਿਰ ਸਾਡੇ ਲੋਕ ਕੀ ਸਵਾਲ ਕਰਨ, ਕੀ ਤਵੱਕੋ ਤੁਸੀਂ ਰੱਖਦੇ ਹੋ ਕਿ ਲੋਕ, ਕਿਉਂਕਿ ਬਹੁਤ ਕੁਝ ਲੋਕਾਂ ਨੇ ਬਦਲਣਾ, ਲੋਕਾਂ ਨੇ ਥੋੜਾ ਖਿੱਚਣਾ, ਮੰਗ ਰੱਖਣੀ ਹੈ ਸਖਤੀ ਨਾਲ, ਤੇ ਉਹ ਕੀ ਕਰਨ? ਦੇਖੋ, ਲੋਕੀ ਤੇ ਸਵਾਲ ਹੀ ਪੁੱਛ ਸਕਦੇ ਆ ਇਸ ਵੇਲੇ, ਔਰ ਉਹਨਾਂ ਨੂੰ ਸੋਚ ਸਮਝ ਕੇ ਸਵਾਲ ਪੁੱਛਣੇ ਚਾਹੀਦੇ ਆ। ਹਰ ਇੱਕ ਨੂੰ ਉਹਨਾਂ ਤੋਂ ਜਵਾਬ ਮੰਗਣੇ ਚਾਹੀਦੇ ਆ। ਜਦੋਂ ਕੋਈ ਮੰਤਰੀ ਜਾਂਦਾ ਵਾ ਉਹਨੂੰ ਪੁੱਛਣ ਵੀ ਤੁਸੀਂ ਕੀ ਕੀਤਾ ਵਾ, ਕਿੱਥੇ ਕਿੱਥੇ ਤੁਸੀਂ ਕਿਹੜੀ ਗੱਲ ਤੇ ਇਤਰਾਜ਼ ਕੀਤਾ ਵਾ। ਜੇ ਅੱਜ ਦੇਖੋ ਕਾਂਗਰਸ ਕਹਿ ਰਹੀ ਆ ਵੀ ਸਾਡੇ 4.5 ਸਾਲ ਕੋਈ ਕੰਮ ਨਹੀਂ ਹੋਏ ਔਰ ਅਸੀਂ ਹੁਣ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕੀਤੀ ਆ, ਬਹੁਤ ਵਧੀਆ ਵਾ। ਵਾਕਈ ਜੋ ਹੁਣ ਕੰਮ ਹੋ ਰਿਹਾ ਵਾ, ਚਰਨਜੀਤ ਸਿੰਘ ਚੰਨੀ ਔਰ ਨਵਜੋਤ ਸਿੰਘ ਸਿੱਧੂ ਜਿਹੜੇ ਮਸਲੇ ਰੇਜ਼ ਕਰ ਰਹੇ ਆ, ਉਹਦੇ ਨਾਲ ਇੱਕ ਵਾਰੀ ਐਂ ਲੱਗਦਾ ਵਾ ਵੀ ਜਿਵੇਂ ਸਰਕਾਰ 'ਚ ਇੱਕ ਨਵੀਂ ਜਾਨ ਪਈ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਲੇਕਿਨ ਸਵਾਲ ਇਹ ਵੀ ਉੱਠਦਾ ਵਾ ਵੀ ਇਹੋ ਹੀ ਲੋਕਾਂ ਨੇ ਪਿਛਲੇ 4.5 ਸਾਲ ਦੇ ਵਿੱਚ ਕੀ ਕੀਤਾ? ਕੀ ਉਸ ਸਿਸਟਮ ਦਾ ਹਿੱਸਾ ਉਹਦੇ ਨਾਲ ਹੀ ਚੱਲਦੇ ਰਹੇ ਜਾਂ ਸਮੇਂ-ਸਮੇਂ ਤੇ ਸਵਾਲ ਚੁੱਕੇ ਇਹਨਾਂ ਨੇ ਆਪਣੇ ਮਹਿਕਮਿਆਂ ਦੇ ਵਿੱਚ ਕੀ ਕੀਤਾ? ਸੋ ਲੋਕਾਂ ਨੂੰ ਇਹ ਸਾਰੇ ਸਵਾਲ ਪੁੱਛਣੇ ਚਾਹੀਦੇ ਆ। ਔਰ ਇਹ ਵੀ ਵੱਡਾ ਸਵਾਲ ਉੱਠਦਾ ਵਾ ਕਿ ਇਹ ਜੋ ਕੁਝ ਹੋ ਰਿਹਾ ਵਾ ਜਾਂ ਹੋਇਆ ਵਾ, ਇਹਦੀ ਜ਼ਿੰਮੇਵਾਰੀ ਕਿਹਦੀ ਆ? ਮੈਨੂੰ ਯਾਦ ਹੈ ਜਦੋਂ ਪਹਿਲੀ ਬਜਟ ਪੇਸ਼ ਹੋਈ ਸੀਗੀ ਮਾਰਚ 2017 ਦੇ ਵਿੱਚ, ਔਰ ਪਹਿਲਾ ਸੈਸ਼ਨ ਉਸ ਤੋਂ ਬਾਅਦ ਲੰਬਾ ਸੈਸ਼ਨ ਹੋਇਆ ਸੀ ਜੂਨ ਦੇ ਵਿੱਚ, ਉਦੋਂ ਮਨਪ੍ਰੀਤ ਬਾਦਲ ਨੇ ਵਿੱਤ ਮੰਤਰੀ, ਬਤੌਰ ਵਿੱਤ ਮੰਤਰੀ ਉਹਨਾਂ ਨੇ ਕਿਹਾ ਸੀਗਾ ਵੀ ਪੰਜਾਬ ਦੇ ਉੱਤੇ ਸ਼ਾਇਦ 1,80,000 ਕਰੋੜ ਦਾ ਕਰਜ਼ਾ ਇਹਨਾਂ ਸਰਕਾਰਾਂ ਨੇ ਚੜਾਇਆ ਵਾ ਪਹਿਲੋਂ, ਔਰ ਉਹਨਾਂ ਨੇ ਦੱਸਿਆ ਵੀ ਇਹਨੂੰ ਅਸੀਂ ਪੰਜਾਬ ਨੂੰ ਇਸ ਸਾਰੇ ਚੋਂ ਕੱਢਣ ਦੀ ਲੋੜ ਆ, ਅਸੀਂ ਆਹ ਕਰਾਂਗੇ ਉਹ ਕਰਾਂਗੇ, ਅਸੀਂ ਮਾਫੀਆ ਰਾਜ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਵਗੈਰਾ ਵਗੈਰਾ। ਅੱਜ ਜਦੋਂ ਇਹ ਸਰਕਾਰ ਹੁਣ ਚੋਣਾਂ ਵੱਲ ਨੂੰ ਜਾ ਰਹੀ ਆ ਜਾਂ ਸਰਕਾਰ ਦਾ 5 ਸਾਲਾਂ ਦਾ ਕੰਮ ਖਤਮ ਹੋ ਰਿਹਾ ਵਾ, ਤੇ ਅੱਜ ਉਹੀ ਕਰਜ਼ਾ ਜਿਹੜਾ ਵਾ 81 ਤੋਂ ਲੈ ਕੇ 280 ਪਹਿਲਾਂ ਦੱਸਿਆ ਜਾਂਦਾ ਸੀ, ਹੁਣ ਸ਼ਾਇਦ 3.25 ਹੋ ਗਿਆ, 3.25 ਲੱਖ ਕਰੋੜ। ਇਹ 1 ਲੱਖ ਤੋਂ 3 ਲੱਖ ਕਰੋੜ ਕਰਜ਼ਾ ਪੰਜਾਬ ਤੇ ਚੜਾਉਣ ਵਾਸਤੇ ਕੌਣ ਜ਼ਿੰਮੇਵਾਰ ਆ? ਇਹ ਸਵਾਲ ਤੁਸੀਂ ਵੀ ਮੰਨਦੇ ਜੇ, ਪੁੱਛਣਾ ਬਣਦਾ ਵਾ। ਮਾਫੀਆ ਰਾਜ ਤੁਸੀਂ ਆਪਣੇ ਪਹਿਲੀ ਗਵਰਨਰ ਭਾਸ਼ਣ ਦੇ ਵਿੱਚ ਅਨਾਉਂਸ ਕੀਤਾ ਸੀਗਾ ਵੀ ਖਤਮ ਕੀਤਾ ਜਾਊਗਾ, ਮਾਫੀਆ ਰਾਜ ਹੁਣ ਤੱਕ ਖਤਮ ਕਿਉਂ ਨਹੀਂ ਹੋਇਆ? ਇਹਦੇ ਲਈ ਕੌਣ ਜ਼ਿੰਮੇਵਾਰ ਆ? ਰਾਈਟ, ਤੁਸੀਂ ਇੱਕ ਕਨਫਲਿਕਟ ਆਫ ਇੰਟਰਸਟ ਬਿੱਲ ਲਿਆਉਣਾ ਸੀ ਵੀ ਮੰਤਰੀਆਂ ਦੇ ਉੱਤੇ ਵੀ ਨਕੇਲ ਕੱਸੀ ਜਾਵੇ ਜੇ ਉਹ ਗਲਤ ਕੰਮ ਕਰਦੇ ਆ। ਕਨਫਲਿਕਟ ਆਫ ਇੰਟਰਸਟ ਬਿੱਲ ਅੱਜ ਤੱਕ ਕਿਉਂ ਨਹੀਂ ਆਇਆ? ਇਹ ਵੀ ਸਵਾਲ ਪੁੱਛਣਾ ਚਾਹੀਦਾ ਵਾ। ਠੀਕ ਹੈ, ਵਿਰੋਧੀ ਧਿਰਾਂ ਨੇ ਜਦੋਂ ਉਹ ਜਾਂਦੇ ਲੋਕਾਂ ਕੋਲ, ਉਹਨਾਂ ਨੂੰ ਵੀ ਪੁੱਛਣਾ ਚਾਹੀਦਾ ਵਾ ਵੀ ਤੁਸੀਂ ਕੀ ਕੀਤਾ? ਕਿ ਉਹਨਾਂ ਨੇ ਕਿੰਨੀ ਵਾਰੀ ਇਤਰਾਜ਼ ਜਤਾਏ?
ਅੱਜ ਸਰਕਾਰ ਦੇ ਕੁਝ ਲੋਕੀ ਕਹਿ ਰਹੇ ਆ ਵੀ ਅਸੀਂ ਜੇ ਗੁਰੂ ਸਾਹਿਬ ਦੀ ਬੇਅਦਬੀ ਦੇ ਉੱਪਰ ਇਨਸਾਫ ਨਹੀਂ ਮਿਲਿਆ ਤੇ ਕੌਣ ਜ਼ਿੰਮੇਵਾਰ ਹੈ। ਵਾਕਈ ਉਹਦੀ ਵੀ ਜਵਾਬਦੇਹੀ ਬਣਦੀ ਹੈ। ਠੀਕ ਹੈ, ਨਸ਼ਿਆਂ ਦੇ ਉੱਤੇ ਇਹਨਾਂ ਕਿਹਾ ਸੀ ਅਸੀਂ ਇੰਨੇ ਦਿਨਾਂ 'ਚ ਨਸ਼ੇ ਖਤਮ ਕਰ ਦਾਂਗੇ। ਅੱਜ ਵੀ ਨਸ਼ਿਆਂ ਦੇ ਉੱਤੇ ਕੋਈ ਰੋਡ ਮੈਪ ਬਹੁਤਾ ਨਜ਼ਰ ਨਹੀਂ ਆ ਰਿਹਾ। ਗਰੀਬ ਫੜ ਕੇ ਅੰਦਰ ਕੀਤੇ ਨੇ, ਉਹਦੇ ਲਈ ਵੀ ਕੌਣ ਜ਼ਿੰਮੇਵਾਰ ਹੈ। ਸੋ ਸਰਕਾਰ ਨੂੰ ਵਾਕਈ ਇਹਨਾਂ ਗੱਲਾਂ ਦੇ ਉੱਤੇ, ਜਿਵੇਂ ਅੰਗਰੇਜ਼ੀ 'ਚ ਕਹੀਦਾ ਯੂ ਨੀਡ ਟੂ ਪੁੱਟ them on the mat, ਇਸੇ ਤਰ੍ਹਾਂ ਵਿਰੋਧੀ ਧਿਰ ਜਿਹੜੇ ਆ ਉਹਨਾਂ ਨੇ ਵੀ ਹੁਣ ਤੱਕ ਕੀ ਕੀਤਾ। ਅੱਜ ਸੁਖਬੀਰ ਸਿੰਘ ਬਾਦਲ ਬੜੇ ਸੌਖੇ ਤਰੀਕੇ ਨਾਲ ਕਹਿ ਸਕਦੇ ਆ ਵੀ ਇਹ ਸਾਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਆ, ਪਰ ਅਸਲੀਅਤ ਇਹ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਤੇ ਹੋਈ ਸੀ ਨਾ 2015 ਦੇ ਵਿੱਚ। ਉਦੋਂ ਉਹਨਾਂ ਨੇ ਕੀ ਕੀਤਾ ਸੀਗਾ? ਕੀ ਉਹਨਾਂ ਨੇ ਇਹ ਤੇ ਐਥੀਕਲੀ ਬਣਦਾ ਸੀ ਉਹਨਾਂ ਦਾ ਜ਼ਿੰਮੇਵਾਰੀ ਲੈਣ ਔਰ ਅੱਜ ਉਹਨਾਂ ਦਾ ਕੀ ਸਟੈਂਡ ਆ ਵੀ ਕੀ ਉਹਨਾਂ ਨੇ ਉਦੋਂ ਜੋ ਕਾਰਵਾਈ ਕੀਤੀ ਸੀ ਉਹ ਸਹੀ ਕਾਰਵਾਈ ਕੀਤੀ ਸੀ? ਦਵਿੰਦਰ, ਹੋਰ ਨਹੀਂ ਤੇ ਲੋਕਾਂ ਤੋਂ ਮਾਫੀ ਮੰਗ ਲੈਣ। ਠੀਕ ਹੈ, ਔਰ ਆਮ ਆਦਮੀ ਪਾਰਟੀ ਇੱਕ ਨਵੀਂ ਸਿਆਸਤ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ। ਇਹ ਕੀ ਨਵੀਂ ਸਿਆਸਤ ਲਿਆਂਦੀ ਉਹਨਾਂ ਨੇ? ਕੀ ਇਹ ਵਿਧਾਨ ਸਭਾ ਦੇ ਵਿੱਚ ਖਲਲ ਮਚਾ ਕੇ, ਰੋਸ ਮੁਜ਼ਾਹਰੇ ਕਰਕੇ, ਰਾਈਟ, ਹਰ ਨਿਤ ਦਿਨ ਤੁਸੀਂ ਜਾ ਕੇ ਇੱਕ ਮੁਜ਼ਾਹਰਾ ਕਰਦੇ ਹੋ, ਕੀ ਇਹ ਨਵੀਂ ਸਿਆਸਤ ਹੈ? ਇਹ ਤੇ ਕਿਓਸ ਲਿਆਉਣ ਦੀ ਗੱਲ ਹੈ, ਰਾਈਟ। ਵਿਧਾਨ ਸਭਾ ਦੇ ਵਿੱਚ ਅਸੀਂ ਕਿੰਨਾ ਕੀ ਹੋਰ ਤੇ ਹੋਰ ਤੁਸੀਂ ਹੈਰਾਨ ਹੋਗੇ, ਵਿਰੋਧੀ ਧਿਰ ਨੇ, ਆਮ ਆਦਮੀ ਪਾਰਟੀ ਜਿਹੜੀ ਸੀਗੀ, ਉਹਨਾਂ ਨੇ ਇੱਕ ਸ਼ੈਡੋ ਕੈਬਨਿਟ ਤੱਕ ਨਹੀਂ ਬਣਾਈ ਜਿਹੜੀ ਸਰਕਾਰ ਨੂੰ ਹਰ ਮਸਲੇ ਤੇ, ਹਰ ਮੰਤਰੀ ਨੂੰ ਸਮੇਂ-ਸਮੇਂ ਤੇ ਉਹਨਾਂ ਨੂੰ ਘੇਰ ਸਕਦੀ, ਰਾਈਟ। ਔਰ ਮੈਂ ਕਹਿੰਦਾ ਰਿਹਾ, ਮੈਂ ਜਿੰਨੇ ਵਿਰੋਧੀ ਧਿਰ ਦੇ ਨੇਤਾ ਸੀ, ਭਾਵੇਂ ਪਹਿਲੋਂ ਹਰਵਿੰਦਰ ਸਿੰਘ ਫੂਲਕਾ ਸੀ ਜਾਂ ਬਾਅਦ ਸੁਖਪਾਲ ਸਿੰਘ ਖਹਿਰਾ ਸੀਗੇ, ਮੈਂ ਉਹਨਾਂ ਨੂੰ ਵੀ ਕਹਿੰਦਾ ਰਿਹਾ ਵੀ ਆਪਾਂ ਸ਼ੈਡੋ ਕੈਬਨਿਟ ਵੱਲ ਨੂੰ ਵਧੀਏ, ਇੱਕ ਚੰਗੀ ਪਿਰਤ ਪੈਂਦੀ। ਸੋ ਉਹ ਨਹੀਂ ਉਹਨਾਂ ਨੇ ਕੀਤਾ। ਇਹੋ ਹੀ ਵਜ੍ਹਾ ਵਾ ਪਾਰਟੀ ਨੇ ਹੋਰ ਵੀ ਬਹੁਤ ਸਾਰੀਆਂ ਗਲਤੀਆਂ ਵਾ। ਇਹੋ ਹੀ ਵਜ੍ਹਾ ਵਾ ਵੀ ਅੱਜ ਉਹੀ ਪਾਰਟੀ ਜਿਹੜੀ 20 MLA ਲੈ ਕੇ ਆਈ ਸੀ, ਉਹ ਅੱਜ ਆਪਣੇ 10 MLA ਸੰਭਾਲਣ ਦੇ ਵਿੱਚ ਵੀ ਅੱਜ ਕੱਲ ਹੱਥ ਪੈਰ ਮਾਰ ਰਹੀ ਹੈ। ਸੋ ਨਵੀਂ ਸਿਆਸਤ ਦੇਣ ਲਈ ਆਈ ਸੀ, ਸਾਰੇ ਕਾਸੇ ਦਾ ਬਦਲ ਬਣਨ ਆਏ ਸੀ ਆਪ ਵਾਲੇ, ਉਹ ਨਹੀਂ ਸੰਭਵ ਹੋ ਸਕਿਆ। ਲੂਣ ਦੀ ਖਾਣ 'ਚ ਲੂਣ ਹੋ ਗਏ ਤੇ ਲੋਕ ਉਸੇ ਤਰ੍ਹਾਂ ਪਿਸ ਰਹੇ ਨੇ। ਨੌਕਰਸ਼ਾਹ ਜ਼ਿੰਮੇਵਾਰ ਨੇ, ਸਰਕਾਰ ਜ਼ਿੰਮੇਵਾਰ ਹੈ, ਜਾਂ ਵਿਰੋਧੀ ਧਿਰ ਦੇ MLAs ਤੇ ਆਗੂ ਜ਼ਿੰਮੇਵਾਰ ਨੇ? ਲੋਕਾਂ ਲਈ ਤਾਂ ਮਸਲਾ ਉਵੇਂ ਜਿਵੇਂ ਖੜਾ, ਜਿਸ ਤਰ੍ਹਾਂ ਤੁਸੀਂ ਕੰਵਰ ਸੰਧੂ ਜੀ ਤੋਂ ਸੁਣਿਆ, ਬਹੁਤ ਕੁਝ ਇਹਨਾਂ ਨੇ ਬੜਾ ਕੁਝ ਸਪਸ਼ਟ ਦੱਸਿਆ। ਤੇ ਅਸੀਂ, ਕਿਉਂਕਿ ਅਸੀਂ ਜਰਨਲਿਜ਼ਮ ਸਿੱਖਣ ਲਈ ਇਹਨਾਂ ਵੱਲ ਦੇਖਦੇ ਰਹੇ ਹਾਂ, ਇਹਨਾਂ ਤੋਂ ਬੜਾ ਕੁਝ ਸਿੱਖਿਆ। ਤੇ ਹੁਣ ਇੱਕ ਸਿਆਸਤਦਾਨ ਦੀ ਹੈਸੀਅਤ ਵਿੱਚ ਇਹ ਕਿਸ ਤਰ੍ਹਾਂ ਬੋਲੇ ਨੇ, ਇਹਨਾਂ ਨੇ ਸਵਾਲ ਉਠਾਉਣ ਦੀ ਗੱਲ ਕੀਤੀ ਹੈ ਪੰਜਾਬ ਨੂੰ। ਸੋ ਪੰਜਾਬ ਸਿਆਂ ਸੁਚੇਤ ਹੋ ਜਾ, ਬਹੁਤ ਪੜ੍ਹਨਾ ਲਿਖਣਾ ਪੈਣਾ ਇਸ ਤੋਂ ਪਹਿਲਾਂ ਕਿ ਲੀਡਰ ਤੁਹਾਡੇ ਦਰਾਂ ਤੇ ਵੋਟਾਂ ਮੰਗਣ ਆਉਣ, ਭਾਵੇਂ ਉਹ ਸੱਤਾਧਾਰੀ ਧਿਰ ਦੇ ਹੋਣਗੇ, ਭਾਵੇਂ ਉਹ ਵਿਰੋਧੀ ਧਿਰ ਦੇ ਹੋਣਗੇ। ਹਰ ਇੱਕ ਨੂੰ ਸਵਾਲ ਪੁੱਛਣੇ ਪੈਣੇ ਨੇ ਤੁਹਾਨੂੰ, ਸਾਰਾ ਕੁਝ ਪੜ੍ਹ ਕੇ, ਸਮੇਤ ਬਿਜਲੀ ਸਮਝੌਤਿਆਂ ਦੇ ਤੇ ਸਾਰੇ ਮਸਲਿਆਂ ਦੇ, ਸਿਹਤ, ਸਿੱਖਿਆ, ਸਾਰੇ ਸੈਕਟਰਾਂ ਦੇ, ਇਨਫਰਾਸਟ੍ਰਕਚਰ, ਸਾਰਾ ਤੁਹਾਨੂੰ ਪੜ੍ਹ ਕੇ ਸਵਾਲ ਤਿਆਰ ਰੱਖਣੇ ਪੈਣਗੇ। ਤੇ ਕੰਵਰ ਸੰਧੂ ਜੀ, ਤੁਸੀਂ ਬੜਾ ਕੁਝ ਸਪਸ਼ਟ ਕੀਤਾ ਸਾਨੂੰ ਕਿ ਇੱਕ ਵਿਰੋਧੀ ਧਿਰ ਦੇ MLA ਕੋਲੇ ਕਿੰਨੇ ਇਖਤਿਆਰ ਨੇ, ਇਹ ਵੀ ਵੱਡੀ ਗੱਲ, ਆਮ ਲੋਕਾਂ ਤੱਕ ਘੱਟੋ ਘੱਟ ਗੱਲ ਜ਼ਰੂਰ ਜਾਏਗੀ। ਸੋ ਬਹੁਤ ਸ਼ੁਕਰੀਆ। ਅੱਗੇ ਤੋਂ ਵੀ ਤੁਹਾਡੇ ਨਾਲ ਸੰਵਾਦ ਦਾ ਸਿਲਸਿਲਾ ਜਾਰੀ ਰੱਖਾਂਗੇ। ਸ਼ੁਕਰੀਆ। ਥੈਂਕ ਯੂ, ਬਹੁਤ ਧੰਨਵਾਦ। ਥੈਂਕ ਯੂ ਦਵਿੰਦਰ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਥੈਂਕ ਯੂ। ਤੁਸੀਂ TV ਪੰਜਾਬ ਦੇਖਦੇ ਰਹੋ। ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।